ਸਤਿਆ ਇਹ ਨਾ ਆਖੀਅਨ, ਜੋ ਮੜਿਆ ਲਗ ਜਲਨ। ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਜੀ ਦਾ ਬਖਸ਼ਿਸ਼ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 787 ਅੰਗ ਤੇ ਸੋਹੀ ਰਾਗਨੀ ਦੀ ਵਾਰ 6ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ। ਇੱਕ ਸਮਾਂ ਸੀ, ਉਸ ਸਮੇਂ ਜਦੋਂ ਕਿਸੇ ਔਰਤ ਦਾ ਪਤੀ ਸਰੀਰ ਛੱਡ ਜਾਂਦਾ ਤੇ ਉਸ ਔਰਤ ਨੂੰ ਆਪਣੇ ਪਤੀ ਦੇ ਨਾਲ ਚਿਖਾ ਦੇ ਵਿੱਚ ਸੜਨਾ ਪੈਂਦਾ। ਇਹਨੂੰ ਆਖਿਆ ਜਾਂਦਾ ਸੀ ਇਹ ਸਤੀ ਯੋਗੀ ਹੈ। ਇਹ ਪ੍ਰਥਾ ਨੂੰ ਧੰਨ ਗੁਰੂ ਅਮਰਦਾਸ ਜੀ ਨੇ ਬੰਦ ਕੀਤਾ ਸੀ। ਸੱਚੇ ਸਤਿਗੁਰ ਨੇ ਗੁਰੂ ਅਮਰਦਾਸ ਜੀ ਨੇ ਸੁੰਦਰ ਉਪਦੇਸ਼ ਦੇ ਨਾਲ ਸਮਾਜ ਨੂੰ ਸਮਝਾਉਣ ਦਾ ਯਤਨ ਕੀਤਾ, ਸਮਝਾਇਆ ਤੇ ਅੱਜ ਇਹ ਪ੍ਰਥਾ ਜਿਹੜੀ ਬਿਲਕੁਲ ਬੰਦ ਹੈ, ਕਿਉਂਕਿ ਇਹ ਮਨ ਮਤ ਸੀ ਤੇ ਮਨ ਮਤ ਦੇ ਨਾਲ ਕੀਤੀ ਹੋਈ ਕਿਰਿਆ, ਕੋਈ ਕਰਮ ਕਾਂਡ ਉਹ ਵਿਅਰਥ ਦਾ ਹੁੰਦਾ ਹੈ। ਕਈਆਂ ਲੋਕਾਂ ਦੇ ਅੰਦਰ ਲਾਲਚ ਸੀ, ਜਦੋਂ ਕਿਸੇ ਮਰਦ ਨੇ ਸਰੀਰ ਛੱਡ ਜਾਣਾ ਤੇ ਵੀ ਇਸ ਦੀ ਪਤਨੀ ਵੀ ਇਸ ਦੇ ਨਾਲ ਸੜ ਜਾਵੇ, ਮਗਰੋਂ ਇਸ ਦੀ ਧਨ ਦੌਲਤ ਜਿਹੜੀ ਉਹ ਸਾਨੂੰ ਪ੍ਰਾਪਤ ਹੋ ਜਾਵੇ, ਜਾਂ ਹੋਰ ਅਣਖ ਪ੍ਰਕਾਰ ਦੇ ਜਿਹੜੇ ਮਨੁੱਖ ਦੇ ਅੰਦਰ ਲਾਲਚ ਨੇ, ਉਹਨਾਂ ਕਰਕੇ ਇਹ ਪ੍ਰਥਾ ਬੜੀ ਜ਼ੋਰ ਫੜ ਗਈ। ਹੌਲੀ ਹੌਲੀ ਸਮਾਂ ਆ ਗਿਆ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਦਾ ਤੇ ਅਕਬਰ ਬਾਦਸ਼ਾਹ ਧੰਨ ਗੁਰੂ ਘਰ ਦਾ ਸੇਵਕ ਸੀ। ਗੁਰੂ ਮਹਾਰਾਜ ਜੀ ਨੇ ਅਕਬਰ ਬਾਦਸ਼ਾਹ ਨੂੰ ਵੀ ਇਹਨਾਂ ਪਾਵਨ ਸ਼ਬਦਾਂ ਦੇ ਨਾਲ ਪ੍ਰੇਰਿਆ ਵੀ ਤੇਰੇ ਰਾਜ ਦੇ ਵਿੱਚ ਇੱਕ ਜੋ ਕੁਰੀਤੀ ਹੈ, ਉਹ ਕਰਮ ਹੋ ਰਿਹਾ ਹੈ, ਇਹ ਬੰਦ ਹੋਣਾ ਚਾਹੀਦਾ ਹੈ। ਤੇ ਗੁਰੂ ਮਹਾਰਾਜ ਜੀ ਨੇ ਆਪ ਵੀ ਸੰਗਤਾਂ ਨੂੰ ਪ੍ਰੇਰਿਆ, ਸਮਾਜ ਨੂੰ ਗਿਆਨ ਦੀ ਦਾਤ ਬਖਸ਼ੀ ਤੇ ਇਹ ਪ੍ਰਥਾ ਜਿਹੜੀ ਸੀ ਇਹ ਬੰਦ ਹੋਈ। ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਕਿਰਪਾ ਕਰ ਰਹੇ ਨੇ। ਸਤਿਆ ਉਹਨਾਂ ਨੂੰ ਆਖਿਆ ਜਾਂਦਾ ਹੈ ਜਿਹੜੀ ਔਰਤ ਆਪਣੇ ਪਤੀ ਦੇ ਨਾਲ ਸੜ ਜਾਂਦੀ ਸੀ। ਇਹ ਨਾ ਆਖੀਆਂ, ਗੁਰੂ ਜੀ ਕਹਿੰਦੇ ਨੇ ਇਹ ਕੋਈ ਸਤੀ ਨਹੀਂ ਹੈਗੀ ਜਿਹੜੀ ਆਪਣੇ ਪਤੀ ਦੇ ਨਾਲ ਸੜ ਕੇ ਮਰ ਗਈ ਹੈ। ਸਤਿਆ ਇਹ ਨਾ ਆਖਿਆਨ, ਜੋ ਮੜਿਆ ਲਗ ਜਲਨ। ਮੜਿਆ ਕਹਿੰਦੇ ਨੇ ਮੜੀ ਨੂੰ, ਜਿੱਥੇ ਮਨੁੱਖ ਦਾ ਅੰਤਿਮ ਸੰਸਕਾਰ ਹੁੰਦਾ ਹੈ, ਉੱਥੇ ਆਪਣੇ ਪਤੀ ਦੇ ਨਾਲ ਸੜ ਕੇ ਮਰਨ ਦੇ ਨਾਲ ਕੋਈ ਵੀ ਔਰਤ ਜਿਹੜੀ ਉਹ ਸਤੀ ਨਹੀਂ ਹੋ ਸਕਦੀ। ਫਿਰ ਸਤੀ ਕੌਣ ਹੈ? ਨਾਨਕ ਸਤਿਆ ਜਾਣੀਅਨ, ਜੇ ਬਿਰਹਿ ਚੋਟ ਮਰਨ। ਧੰਨ ਗੁਰੂ ਜੀ ਨੇ ਫਿਰ ਦੱਸਿਆ ਵੀ ਫਿਰ ਸਤੀ ਕੌਣ ਹੈ? ਸਤੀ ਉਹ ਹੈ ਜਿਹੜੀ ਆਪਣੇ ਪਤੀ ਦੇ ਵਿਯੋਗ ਦੇ ਵਿੱਚ ਉਸ ਦੇ ਸਰੀਰ ਛੱਡਣ ਦੇ ਨਾਲ ਹੀ ਆਪਣਾ ਸਰੀਰ ਛੱਡ ਦਿੰਦੀ ਹੈ, ਉਸ ਨੂੰ ਸਤੀ ਮੰਨਿਆ ਜਾਂਦਾ। ਹੁਣ ਇਤਨੀ ਸਮਰੱਥਾ ਅੰਦਰ ਹੋਵੇ, ਇੱਥੋਂ ਤੱਕ ਦੀ ਪਹੁੰਚ ਹੋਵੇ, ਇਤਨੀ ਅਵਸਥਾ ਬਣੀ ਹੋਵੇ ਤੇ ਫਿਰ ਇਹ ਅਵਸਥਾ ਬਣੇਗੀ ਬੰਦਗੀ ਦੇ ਨਾਲ, ਸਿਮਰਨ ਦੇ ਨਾਲ। ਬਿਨਾਂ ਬੰਦਗੀ ਤੋਂ, ਬਿਨਾਂ ਸਿਮਰਨ ਤੋਂ, ਬਿਨਾਂ ਪਤੀ ਵਰਤ ਦੇ ਵਿੱਚ ਰਹਿ ਤੋਂ ਇਹ ਅਵਸਥਾ ਨਹੀਂ ਬਣਦੀ। ਸੋ ਧੰਨ ਗੁਰੂ ਸੱਚੇ ਸਤਿਗੁਰ ਅੱਜ ਵੀ ਸਾਨੂੰ ਇਹ ਉਪਦੇਸ਼ ਦੇ ਰਹੇ ਨੇ, ਗਿਆਨ ਬਖਸ਼ ਕਰ ਰਹੇ ਨੇ। ਭਾਈ ਇਸ ਤਰ੍ਹਾਂ ਪਤੀ ਦੇ ਨਾਲ ਮੜੀ ਦੇ ਵਿੱਚ ਸੜਨ ਦੇ ਨਾਲ ਗਤੀ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਜੀ। ਨਾਨਕ ਸਤਿਆ ਜਾਣੀਅਨ, ਜੇ ਬਿਰਹਿ ਚੋਟ ਮਰਨ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਹਨਾਂ ਨੂੰ ਸਤਿਆ ਜਾਣਿਆ ਜਾ ਸਕਦਾ ਹੈ। ਬਿਰਹਿ ਦਾ ਅਰਥ ਹੁੰਦਾ ਵਿਜੋਗ, ਚੋਟ ਦਾ ਅਰਥ ਹੁੰਦਾ ਦੁੱਖ, ਮਰਨ। ਜਿਹੜੇ ਪਤੀ ਦੇ ਵਿਜੋਗ ਦੀ ਦੁੱਖ ਦੇ ਵਿੱਚ ਹੀ ਆਪਣਾ ਸਰੀਰ ਛੱਡਣ, ਉਸ ਨੂੰ ਸਤੀ ਆਖਿਆ ਜਾਂਦਾ ਹੈ ਜੀ। ਮਹਲਾ ਤੀਜਾ। ਪੀਸੋ ਸਤਿਆ ਜਾਣੀਅਨ,
ਸੀਲ ਸੰਤੋਖ ਰਹਾਨਾ। ਹੁਣ ਦੂਸਰੇ ਸ਼ਲੋਕ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ ਇਹ ਵੀ ਸਤੀਆਂ ਨੇ ਕਿਹੜੀਆਂ? ਸੀਲ ਸੰਤੋਖ ਰਹਿਣ, ਜਿਹੜੀ ਸੀਲ ਦੇ ਵਿੱਚ ਰਹਿੰਦੀ ਹੈ, ਭਾਵ ਇੱਕ ਗੁਣ ਹੈ ਸੀਲ ਸੰਜਮ ਤੇ ਖਿਨਾ। ਸੀਲ ਸੰਜਮ ਤੇ ਖਿਮਾ ਇਹ ਤਿੰਨ ਗੁਣ ਨੇ ਜਿਸ ਦੇ ਵਿੱਚ ਇਹ ਸੀਲ ਵਾਲਾ ਗੁਣ ਹੈ ਤੇ ਸੰਤੋਖ ਨੂੰ ਧਾਰਨ ਕਰਕੇ ਜਿਸ ਨੇ ਰੱਖਿਆ ਹੈ ਨਾ ਉਹਨਾਂ ਨੂੰ ਵੀ ਸਤੀਆ ਜਾਣਿਆ ਜਾ ਸਕਦਾ। ਮੈਂ ਇੱਕ ਵਾਰੀ ਫਿਰ ਥੋੜੀ ਜਿਹੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂ। ਧੰਨ ਗੁਰੂ ਮਹਾਰਾਜ ਜੀ ਦੇ ਸਮੇਂ ਇੱਕ ਕੁਪਰਥਾ ਚੱਲ ਰਹੀ ਸੀ ਕਿ ਜਦੋਂ ਕਿਸੇ ਮਰਦ ਨੇ ਸਰੀਰ ਛੱਡ ਜਾਣਾ ਤੇ ਔਰਤ ਵਿਚਾਰੀ ਨੂੰ ਵੀ ਨਾ ਚਾਹੁੰਦਿਆਂ ਹੋਇਆਂ ਵੀ ਕਈਆਂ ਥਾਵਾਂ ਤੇ ਧੱਕੇ ਦੇ ਨਾਲ ਸਾੜ ਦਿੱਤਾ ਜਾਂਦਾ ਸੀ ਤੇ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਨੂੰ ਬੰਦ ਕੀਤਾ ਤੇ ਲੋਕਾਈ ਨੂੰ, ਸਮਾਜ ਨੂੰ ਇਹ ਆਖਿਆ ਵੀ ਗੁਰਮੁਖ ਪਿਆਰਿਓ, ਇਸ ਤਰ੍ਹਾਂ ਇਹ ਆਪਣੇ ਪਤੀ ਦੇ ਸੜਨ ਦੇ ਨਾਲ ਸਤੀ ਨਹੀਂ ਹੋ ਸਕਦੀ ਜਦੋਂ ਤੱਕ ਇਸ ਦੇ ਅੰਦਰ ਆਪ ਦੇ ਪਤੀ ਦਾ ਪਿਆਰ ਹੀ ਨਹੀਂ ਹੈਗਾ। ਜੇ ਪਤੀ ਦਾ ਅੰਦਰ ਪਿਆਰ ਹੈ, ਪਤੀ ਦੀ ਅੰਦਰ ਚਾਹਨਾ ਹੈ ਤੇ ਫਿਰ ਇਹ ਸੱਤ ਦੇ ਵਿੱਚ ਹੈ, ਫਿਰ ਇਸ ਨੂੰ ਸੜਨ ਦੀ ਲੋੜ ਹੀ ਨਹੀਂ। ਫਿਰ ਇਸ ਦਾ ਜੀਵਨ ਜਿਹੜਾ ਇਹ ਬੜਾ ਉੱਚਾ ਤੇ ਸੁੱਚਾ ਹੈ। ਹੁਣ ਅੱਗੇ ਧੰਨ ਗੁਰੂ ਮਹਾਰਾਜ ਜੀ ਦੂਜੇ ਸ਼ਲੋਕ ਦੇ ਵਿੱਚ ਗੁਣ ਦੱਸਦੇ ਨੇ ਬਈ ਅਸੀਂ ਕਿਹੜੇ ਗੁਣਾਂ ਕਰਕੇ ਸੱਤ ਦੇ ਵਿੱਚ ਰਹਿ ਸਕਦੇ ਹਾਂ। ਪੀਸੋ ਸਤੀਆ ਜਾਣੀਆਂ, ਉਹਨਾਂ ਨੂੰ ਵੀ ਸਤੀਆਂ ਆਖਿਆ ਜਾ ਸਕਦਾ ਹੈ। ਸੀਲ ਜਿਨ੍ਹਾਂ ਦਾ ਸੁਭਾਅ ਬੜਾ ਸੀਲ ਵਾਲਾ ਹੋਵੇ। ਸੀਲ ਤੋਂ ਭਾਵ ਹੈ ਕਿ ਹਰ ਇੱਕ ਦੇ ਨਾਲ ਮਿਲ ਵਰਤਨ ਰੱਖਣਾ, ਸੱਸ ਦੇ ਨਾਲ, ਸਹੁਰੇ ਦੇ ਨਾਲ, ਦੇਵਰ ਦੇ ਨਾਲ, ਜੇਠ ਦੇ ਨਾਲ, ਦਰਾਣੀਆਂ ਜਠਾਣੀਆਂ ਦੇ ਨਾਲ, ਨਨਾਣ ਦੇ ਨਾਲ, ਸਾਰਿਆਂ ਦੇ ਨਾਲ ਸੀਲ ਸੁਭਾਅ ਦੇ ਨਾਲ ਵਰਤਾਓ ਕਰਨਾ। ਸੀਲ ਤੋਂ ਭਾਵ ਹੈ ਕਈ ਹੋਈ ਗੱਲ ਨੂੰ ਆਪਣੇ ਉੱਤੇ ਸਹਾਰ ਲੈਣਾ ਤੇ ਸਹਾਰ ਕੇ ਆਪਣਾ ਜੀਵਨ ਹੈ ਜਿਹੜਾ ਇਹ ਜਿਉ ਲੈਣਾ। ਭਗਤ ਕਬੀਰ ਜੀ ਦਾ ਸ਼ਬਦ ਆਉਂਦਾ ਹੈ, ਚੋਟ ਸਹਾਰੇ ਸ਼ਬਦ ਕੀ ਤਾਸ, ਗੁਰੂ ਮੈਂ ਦਾਸ। ਭਗਤ ਕਬੀਰ ਜੀ ਕਹਿੰਦੇ ਨੇ ਜੇ ਕੋਈ ਪੱਥਰ ਮਾਰੇ ਨਾ ਤੇ ਉਹ ਪੱਥਰ ਵੱਜਿਆ ਜਿਹੜਾ ਉਹ ਬੜਾ ਚੰਗਾ ਹੈ, ਕਿਉਂਕਿ ਲਾਗਤ ਲੇ ਉਸਾਸ। ਜਦੋਂ ਜ਼ੋਰ ਦੇ ਨਾਲ ਮਾਰਿਆ ਹੋਇਆ ਪੱਥਰ ਵੱਜਦਾ ਏ ਤੇ ਉਹ ਵੱਜਣ ਦੇ ਨਾਲ ਹੀ ਸਾਡੇ ਪ੍ਰਾਣ ਕੱਟ ਲੈਂਦਾ ਹੈ। ਉਹਨੂੰ ਤੇ ਸਹਾਰਨਾ ਹੀ ਬੜਾ ਔਖਾ ਹੈ, ਬੜਾ ਸੌਖਾ ਹੈ, ਕੋਈ ਜ਼ਿਆਦਾ ਔਖਾ ਨਹੀਂ, ਜਾਨ ਹੀ ਚਲੀ ਜਾਏਗੀ ਨਾ। ਪਰ ਚੋਟ ਸਹਾਰੇ ਸ਼ਬਦ ਕੀ, ਜਿਹੜਾ ਕਿਸੇ ਦੂਜੇ ਦੇ ਕੌੜੇ ਸ਼ਬਦ ਦੀ ਚੋਟ ਨੂੰ ਅੰਦਰ ਸਹਾਰ ਲੈਂਦਾ, ਤਾਸ ਗੁਰੂ ਮੈਂ ਦਾਸ, ਉਹ ਮੇਰਾ ਗੁਰੂ ਹੈ ਤੇ ਮੈਂ ਉਸ ਦਾ ਦਾਸ ਹਾਂ। ਕਿਉਂ? ਇਸ ਚੋਟ ਨੂੰ ਸਹਾਰ ਕੇ ਜਿੰਦਿਆ ਰਹਿਣਾ ਹੈ। ਕਿਸੇ ਦੁੱਖ ਨੂੰ ਸਹਾਰ ਕੇ ਜਿੰਦਾ ਰਹਿਣਾ ਜਿਹੜਾ ਨਾ ਇਹ ਸਭ ਤੋਂ ਮੁਸ਼ਕਲ ਹੈ। ਦੁੱਖ ਦੇ ਨਾਲ ਮਰ ਜਾਣਾ ਇਹ ਕੋਈ ਜ਼ਿਆਦਾ ਮੁਸ਼ਕਲ ਨਹੀਂ, ਜਦੋਂ ਮਰ ਹੀ ਗਿਆ ਤੇ ਫਿਰ ਦੁੱਖ ਜਿਹੜਾ ਉਹ ਇਸ ਦੁਨਿਆਵੀ ਦਾ ਤੇ ਇੱਥੇ ਰਹਿ ਜਾਂਦਾ। ਦੁੱਖ ਨੂੰ ਸਹਾਰ ਕੇ ਜਿੰਦਾ ਰਹਿਣਾ ਇਹ ਜ਼ਿਆਦਾ ਮੁਸ਼ਕਲ ਹੈ। ਚੋਟ ਸਹਾਰੇ ਸ਼ਬਦ ਕੀ, ਜਦੋਂ ਕੋਈ ਸ਼ਬਦ ਬੋਲਦਾ ਕੁੜੱਤਣ ਵਾਲਾ, ਕੌੜਾ, ਫਿੱਕਾ, ਮਿੱਠਾ, ਉਸ ਨੂੰ ਆਪਣੇ ਜੀਵਨ ਦੇ ਵਿੱਚ ਸਹਾਰ ਲੈਣਾ ਇਹ ਸੀਲ ਵਾਲਾ ਗੁਣ ਹੈ। ਤੇ ਜਿੰਦੇ ਵਿੱਚ ਇਹ ਗੁਣ ਹੈ ਅੱਜ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਸੀਲਵਤੀ ਹੈ, ਇਹ ਸਤੀ ਹੈ। ਤੇ ਸੰਤੋਖ, ਸੰਤੋਖ ਤੋਂ ਭਾਵ ਹੈ ਜੇ ਘਰ ਦੇ ਵਿੱਚ ਥੋੜ੍ਹੀ ਹੈ ਤੇ ਥੋੜ੍ਹੇ ਦੇ ਨਾਲ ਗੁਜ਼ਾਰਾ ਕਰ ਲਿਆ, ਜੇ ਜ਼ਿਆਦੀ ਹੈ ਤੇ ਜ਼ਿਆਦੇ ਦੇ ਨਾਲ ਗੁਜ਼ਾਰਾ ਕਰ ਲਿਆ। ਐਵੇਂ ਨਹੀਂ ਆਪਣੇ ਪਤੀ ਨੂੰ ਮਿਹਨੇ ਤਾਨੇ ਜੇ ਦੇਈ ਜਾਣਾ ਵੀ ਤੇਰੇ ਕੋਲ ਕੀ ਹੈ, ਤੂੰ ਕਰਦਾ ਕੀ ਹੈ, ਇਸ ਤਰ੍ਹਾਂ ਨਹੀਂ। ਜਿਸ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਨਿਰਵਾਹ ਹੋ ਰਿਹਾ ਨਾ ਉਸੇ ਤਰ੍ਹਾਂ ਗੁਜ਼ਾਰਾ ਕਰੀ ਜਾਣਾ। ਭਗਤ ਕਬੀਰ ਜੀ ਦੇ ਸਮੇਂ ਨਾ ਭਗਤ ਕਬੀਰ ਜੀ ਦੇ ਪਾਸ ਇਹਨਾਂ ਦੇ ਨਗਰ ਦਾ ਗੁਰਮੁਖ ਪਿਆਰਾ ਆਇਆ ਤੇ ਆਣ ਕੇ ਕਹਿੰਦਾ, ਭਗਤ ਕਬੀਰ ਜੀ ਤੁਸੀਂ ਮੈਨੂੰ ਵੀ ਕੁਝ ਇਸ ਤਰ੍ਹਾਂ ਦਾ ਗਿਆਨ ਦਿਓ, ਇਸ ਤਰ੍ਹਾਂ ਦੀ ਗੱਲ ਦੱਸੋ ਜਿਹਦੇ ਨਾਲ ਜਿਵੇਂ ਤੁਹਾਡੀ ਸਾਰੀ ਕਾਸ਼ੀ ਦੇ ਵਿੱਚ ਬੱਲੇ ਬੱਲੇ ਹੋ ਰਹੀ ਹੈ ਮੇਰੀ ਵੀ ਬੱਲੇ ਬੱਲੇ ਹੋਵੇ। ਭਗਤ ਕਬੀਰ ਜੀ ਕਹਿੰਦੇ ਤਾਂ ਕੰਮ ਹੀ ਸੌਖਾ ਹੈ। ਕਹਿੰਦੇ ਜੀ ਦੱਸੋ ਫਿਰ।
ਭਗਤ ਕਬੀਰ ਜੀ ਨੇ ਮਾਈ ਲੋਈ ਨੂੰ ਆਖਿਆ, ਮਾਈ ਲੋਈ ਇਸ ਤਰ੍ਹਾਂ ਕਰ, ਇੱਥੋਂ ਨਾ ਮਿੱਟੀ ਜਿਹੜੀਆਂ ਦੀਆਂ ਡਲੀਆਂ ਲੈ ਕੇ ਤੇ ਧੁੱਪ ਦੇ ਵਿੱਚ ਬਹਿ ਕੇ ਤੇ ਇਹਨਾਂ ਨੂੰ ਕੁੱਟ ਦੇ। ਮਾਈ ਲੋਈ ਸਤ ਬਚਨ ਕਰਕੇ, ਕਿਉਂਕਿ ਇਹ ਹੁਣ ਸੰਤੋਖ ਦੇ ਵਿੱਚ ਸੀ, ਸੀਲ ਸੁਭਾਅ ਸੀ, ਸਤ ਵਚਨ ਕਹਿ ਕੇ ਮਾਈ ਲੋਈ ਨੇ ਮਿੱਟੀ ਦੀਆਂ ਡਲੀਆਂ ਕੁੱਟਣੀਆਂ ਸ਼ੁਰੂ ਕਰ ਦਿੱਤੀਆਂ। ਤੇ ਫਿਰ ਭਗਤ ਕਬੀਰ ਜੀ ਕਹਿੰਦੇ ਇਹਦੇ ਵਿੱਚ ਘਿਓ ਪਾ ਦੇ ਹੁਣ ਜਿਹੜਾ ਘਰੇ ਪਿਆ ਹੈ। ਮਾਈ ਲੋਈ ਨੇ ਇਸ ਮਿੱਟੀ ਦੇ ਵਿੱਚ ਘਿਓ ਪਾ ਕੇ ਇਹਨੂੰ ਗੋ ਦਿੱਤਾ। ਜਦੋਂ ਗੋ ਦਿੱਤਾ ਤੇ ਫਿਰ ਭਗਤ ਕਬੀਰ ਜੀ ਕਹਿੰਦੇ ਚੰਗਾ ਜਿਹੜਾ ਪਤਨਾਲਾ ਹੈ ਨਾ ਉੱਥੇ ਜਾ ਕੇ ਲਪਾਈ ਕਰ ਲਾ। ਜਦੋਂ ਕੱਚੇ ਮਕਾਨ ਹੋਇਆ ਕਰਦੇ ਸਨ ਤੇ ਉਹਨਾਂ ਨੂੰ ਲਿਪਿਆਂ ਨੂੰ ਕਾਫੀ ਸਮਾਂ ਹੋ ਜਾਂਦਾ ਸੀ ਤੇ ਫਿਰ ਜਿਹੜੇ ਪਤਨਾਲੇ ਹੋਏ ਹੁੰਦੇ ਸਨ ਇੱਥੇ ਤਰੇੜਾਂ ਛੁੱਟ ਜਾਂਦੀਆਂ ਹੁੰਦੀਆਂ ਸਨ, ਕਿਉਂਕਿ ਦੂਜੀ ਮਿੱਟੀ ਹੁੰਦੀ ਸੀ ਤੇ ਜਿਹੜਾ ਪਤਨਾਲਾ ਹੁੰਦਾ ਸੀ ਇੱਕ ਮਿਆਰ ਤਿਆਰ ਕਰਦੇ ਸਨ ਮਿੱਟੀ ਨੂੰ ਪਕਾ ਕੇ। ਜਿਨ੍ਹਾਂ ਨੇ ਪੁਰਾਣੇ ਪਤਨਾਲੇ ਵੇਖੇ ਨੇ ਨਾ ਉਹਨਾਂ ਨੂੰ ਆਪੇ ਗੱਲ ਦੀ ਸਮਝ ਆ ਜਾਣੀ ਹੈ। ਜਦੋਂ ਕਿਸੇ ਦੀ ਕੋਈ ਲੱਤ ਜਾਂ ਬਾਂਹ ਟੁੱਟ ਜਾਂਦੀ ਉਦੋਂ ਵੀ ਇਸ ਪਤਨਾਲੇ ਦੇ ਵਿੱਚ ਉਸ ਲੱਤ ਨੂੰ ਰੱਖ ਕੇ ਤੇ ਬੰਨ੍ਹਿਆ ਜਾਂਦਾ ਸੀ। ਰੋ ਵਿਚਾਰ ਤਾਂ ਮਾਈ ਲੋਈ ਨੇ ਉਸੇ ਤਰ੍ਹਾਂ ਕਰ ਦਿੱਤਾ। ਕਹਿੰਦਾ ਬਸ ਅਸੀਂ ਇਸ ਤਰ੍ਹਾਂ ਦਾ ਕੁਝ ਕਰਦੇ ਰਹਿੰਦੇ ਹਾਂ ਤੇ ਸਾਡੀ ਬੱਲੇ ਬੱਲੇ ਹੈ, ਕਿਉਂਕਿ ਭਗਤ ਕਬੀਰ ਜੀ ਅੰਤਰਜਾਮੀ ਸੀ। ਉਹਨਾਂ ਨੂੰ ਵੇਖ ਲਿਆ ਵੀ ਇਹ ਜਿਹੜਾ ਇਹਨਾਂ ਭਜਨ ਬੰਦਗੀ ਤਾਂ ਕਰਦਾ ਨਹੀਂ, ਸਿਮਰਨ ਤਾਂ ਕਰਦਾ ਨਹੀਂ ਤੇ ਸੁੱਕੀ ਬੱਲੇ ਬੱਲੇ ਦਾ ਭੁੱਖਾ। ਉਹ ਸੁੱਕੀ ਬੱਲੇ ਬੱਲੇ ਦੱਸੋ ਕਿੱਥੋਂ ਮਿਲੇ? ਭਜਨ ਕਰਨਾ ਪੈਂਦਾ, ਬੰਦਗੀ ਕਰਨੀ ਪੈਂਦੀ ਹੈ, ਗੁਰੂ ਦੇ ਭਾਣੇ ਨੂੰ ਮੰਨਣਾ ਪੈਂਦਾ ਤੇ ਫਿਰ ਕਿਤੇ ਜਾ ਕੇ ਬੱਲੇ ਬੱਲੇ ਹੁੰਦੀ ਹੈ। ਹੁਣ ਇਹ ਵੀ ਘਰੇ ਗਿਆ ਚਲਾ। ਜਦੋਂ ਘਰੇ ਗਿਆ ਤੇ ਆਪਦੀ ਘਰ ਦੀ ਨੂੰ ਜਾ ਕੇ ਕਹਿੰਦਾ ਐ ਕਰੇ ਇੱਥੋਂ ਨਾ ਪੱਕੀਆਂ ਡਲੀਆਂ ਮਿੱਟੀ ਦੀਆਂ ਚੁਗ ਲਾ। ਇਹ ਕਹਿੰਦੀ ਸਿਰ 'ਚ ਮਾਰਨੀ ਹੈ। ਬਸ ਇੱਥੇ ਕੰਮ ਬਣ ਗਿਆ। ਦੋਵੇਂ ਜੁੰਡੋ ਪਾਟੀ ਹੋ ਗਏ ਨੇ ਇਹਨਾਂ ਦੀ, ਇਸ ਤਰ੍ਹਾਂ ਬੱਲੇ ਬੱਲੇ ਹੋ ਗਈ ਹੈ। ਹੁਣ ਇਹ ਸੀਲ ਸੁਭਾਅ ਨਹੀਂ ਹੈਗਾ। ਇਹ ਜਿਹੜਾ ਸੁਭਾਅ ਹੈ ਨਾ ਇਹ ਸੀਲ ਵਾਲਾ ਸੁਭਾਅ ਨਹੀਂ ਹੈਗਾ ਵੀ ਪਤੀ ਨੇ ਕੁਝ ਕਹਿ ਦਿੱਤਾ ਤੇ ਪਤਨੀ ਹੈ ਜਿਹੜੀ ਅੱਗੋਂ ਉਸ ਦਾ ਜਵਾਬ ਜਿਹੜਾ ਚੰਗੀ ਤਰ੍ਹਾਂ ਦੇਵੇ, ਜਿਵੇਂ ਇਸ ਦੇ ਦਿੱਤਾ ਹੈ। ਇਸੇ ਤਰ੍ਹਾਂ ਇੱਕ ਹੋਰ ਪਰਿਵਾਰ ਹੈ ਨਗਰ ਦੇ ਵਿੱਚ ਥੋੜ੍ਹੀ ਜਿਹੀ ਕਮੀ ਪੇਸ਼ੀ ਹੋ ਗਈ ਹੈ, ਸੋਕਾ ਪੈ ਗਿਆ, ਦਿਹਾੜੀ ਦੱਪਾ ਨਹੀਂ ਲੱਗਦਾ ਤੇ ਇਹਨੇ ਆਪਣੇ ਪਰਿਵਾਰ ਨੂੰ ਆਖਿਆ ਵੀ ਇੱਥੇ ਤਾਂ ਹੁਣ ਦਿਹਾੜੀ ਚੱਲਦੀ ਨਹੀਂ, ਕਾਰੋਬਾਰ ਕੋਈ ਚੱਲਦਾ ਨਹੀਂ ਤੇ ਗੁਜ਼ਾਰਾ ਹੋਣਾ ਜਿਹੜਾ ਬੜਾ ਮੁਸ਼ਕਲ ਹੈ, ਕਿਉਂ ਨਾ ਆਪਾਂ ਕਿਸੇ ਹੋਰ ਸ਼ਹਿਰ ਸ਼ੂਰ 'ਚ ਚਲੇ ਜਾਈਏ। ਇਹਨਾਂ ਨੇ ਆਪਣਾ ਸਾਰਾ ਜਿਹੜਾ ਥੋੜ੍ਹਾ ਬਹੁਤ ਸਮਾਨ ਸੀ ਬੁਚਕੀਆਂ ਪੰਡਾ ਬੰਨ੍ਹ ਕੇ ਤੇ ਸਿਰ 'ਤੇ ਰੱਖ ਕੇ ਤੁਰ ਪਏ ਨੇ। ਅੱਗੇ ਗਏ ਨੇ ਕਾਫੀ ਦੂਰ, ਇੱਕ ਰੁੱਖ ਆਇਆ ਉਹਦੇ ਥੱਲੇ ਸਾਰਾ ਪਰਿਵਾਰ ਬੈਠ ਗਿਆ। ਜਿਹੜਾ ਪਰਿਵਾਰ ਦਾ ਮੁਖੀ ਸੀ, ਵੱਡਾ ਸੀ, ਇਹਨੇ ਆਪਣੀ ਪਤਨੀ ਨੂੰ ਆਖਿਆ ਵੀ ਇਸ ਤਰ੍ਹਾਂ ਕਰ ਭਾਈ ਤੂੰ ਬਰਤਨ ਸਾਫ਼ ਕਰਨੇ ਸ਼ੁਰੂ ਕਰ ਦੇ। ਤੇ ਪੁੱਤਰੀ ਨੂੰ ਆਖਿਆ ਤੂੰ ਭਾਈ ਇੱਥੇ ਚੁੱਲ੍ਹਾ ਪੱਟ ਲਾ। ਪੁੱਤਰ ਨੂੰ ਆਖਿਆ ਤੂੰ ਲੱਕੜਾਂ ਲੈ ਆ। ਇਹ ਸਾਰੇ ਜਾਣੇ ਜਿਹੜੇ ਨਾ ਆਪੋ ਆਪਣੇ ਕੰਮ ਦੇ ਵਿੱਚ ਪਿਤਾ ਦੇ ਕਹਿਣ ਦੇ ਨਾਲ ਲੱਗ ਗਏ ਨੇ। ਉੱਪਰ ਇੱਕ ਪੰਛੀਆਂ ਦਾ ਜੋੜਾ ਬੈਠਾ ਸੀ। ਉਹਨਾਂ ਨੇ ਆਖਿਆ ਵੀ ਇਹਨਾਂ ਦੇ ਪਾਸ ਤਾਂ ਕੁਝ ਹੈ ਨਹੀਂ ਤੇ ਤਿਆਰੀ ਇਸ ਤਰ੍ਹਾਂ ਕਰੀ ਜਾਂਦੇ ਨੇ ਜਿਵੇਂ ਵੱਡਾ ਜੱਗ ਲਾਣਾ ਹੋਵੇ, ਲੰਗਰ ਕਰਨਾ ਹੋਵੇ, ਪੁੱਛ ਹੀ ਕਿਉਂ ਨਾ ਲਈਏ। ਇਹਨਾਂ ਨੇ ਪੁੱਛਿਆ ਭਾਈ ਤੁਹਾਡੇ ਕੋਲ ਤਾਂ ਕੁਝ ਹੈ ਨਹੀਂ ਤੇ ਤੁਸੀਂ ਤਿਆਰੀ ਲੰਗਰ ਦੀ ਕਰੀ ਜਾਂਦੇ ਹੋ ਤੇ ਛਕੋ ਛਕਾਓਗੇ ਕੀ, ਰਿੰਨੋਗੇ ਕੀ ਇੱਥੇ? ਇਹਨੇ ਸੁੱਤੇ ਕਹਿ ਦਿੱਤਾ ਬਸ ਤੁਹਾਨੂੰ ਅਸੀਂ ਫੜ ਲੈਣਾ ਤੇ ਤੁਹਾਡਾ ਮਾਸ ਅਸੀਂ ਬਣਾ ਲੈਣਾ। ਇਹ ਡਰ ਗਏ ਨੇ ਵੀ ਇਹਨਾਂ ਦਾ ਇੰਨਾ ਏਕਾ ਹੈ, ਕਿਉਂਕਿ ਜਿੱਥੇ ਏਕਾ ਹੋਵੇ ਨਾ ਉੱਥੇ ਸਫਲਤਾ ਜਿਹੜੀ ਹੈ ਪੈਰ ਚੁੰਮਦੀ ਹੈ। ਇਹ ਪੰਛੀਆਂ ਨੇ ਸੋਚਿਆ ਵੀ ਇਹਨਾਂ ਦਾ ਪਰਿਵਾਰ ਦਾ ਇਤਨਾ ਏਕਾ, ਇੱਕ ਦੂਜੇ ਦੇ ਇਤਨਾ ਆਖੇ ਲੱਗਦੇ ਨੇ ਤੇ ਇਹਨਾਂ ਦੇ ਲਈ ਸਾਨੂੰ ਪਕੜਨਾ ਕੋਈ ਜ਼ਿਆਦਾ ਔਖਾ ਨਹੀਂ। ਇਹ ਤਾਂ ਸੱਚੀ ਮੁੱਚੀ ਸਾਨੂੰ ਪਕੜ ਲੈਣਗੇ ਤੇ ਮਾਰ ਦੇਣਗੇ। ਇਹ ਕਹਿੰਦੇ ਜੀ ਵੀ ਜੇ ਅਸੀਂ ਤੁਹਾਨੂੰ ਧਨ ਦੌਲਤ ਦੇ ਦਈਏ ਫਿਰ ਤਾਂ ਸਾਨੂੰ ਕੁਝ ਨਹੀਂ ਆਖਦੇ। ਉਹ ਕਹਿੰਦੇ ਫਿਰ ਅਸੀਂ ਤੁਹਾਨੂੰ ਕਿਉਂ ਆਖਣਾ, ਉਹਦੇ ਨਾਲ ਅਸੀਂ ਆਪਣਾ ਆਟਾ ਕੋਟਾ ਲੈ ਕੇ ਗੁਜ਼ਾਰਾ ਕਰ ਲਾਂਗੇ। ਇਹਨਾਂ ਨੇ ਦੱਸਿਆ ਵੀ ਇਸ ਥਾਂ ਤੇ ਨਾ ਕਿਸੇ ਨੇ ਧਨ ਦੱਬਿਆ, ਅਸੀਂ ਵੇਖਿਆ ਤੇ ਤੁਸੀਂ ਇੱਥੋਂ ਪੱਟ ਲਓ। ਇਹਨਾਂ ਨੇ ਪੱਟਿਆ ਧਨ ਤੇ ਵਾਪਸ ਆਪਣੇ ਘਰੇ ਆ ਗਏ ਨੇ। ਗੁਆਂਢੀਆਂ ਨੇ ਵੇਖਿਆ ਵੀ ਜਦੋਂ ਗਏ ਸਨ ਨਾ ਉਦੋਂ ਤਾਂ ਇਹ ਭੁੱਖੇ ਮਰਦੇ ਸਨ, ਇਹਨਾਂ ਦੇ ਮੂੰਹ ਕਮਲਾਏ ਸਨ, ਮੂੰਹ ਤੇ ਸਿੱਕਰੀ ਸੀ ਤੇ ਅੱਜ ਇਹ ਬਾਗੋ ਬਾਗ ਨੇ ਕੀ ਲੱਭ ਕੇ ਲੈ ਆਏ ਨੇ। ਜਿਹੜਾ ਭੋਲਾ ਬੰਦਾ ਹੁੰਦਾ ਉਹ ਗੱਲ ਨਹੀਂ ਲੁਕੋ ਸਕਦਾ।
ਸਿੱਧਾ ਤੇ ਸਾਦਾ ਬੰਦਾ ਹੈ ਨਾ ਜਿਹੜਾ, ਭੋਲੇ ਭਾਏ ਮਿਲੇ ਰਗਰਾਏ। ਤਾਂ ਹੀ ਤਾਂ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਦੱਸਿਆ ਜਿਹੜਾ ਭੋਲਾ ਮਨੁੱਖ ਉਹਨੂੰ ਪਰਮਾਤਮਾ ਮਿਲਦਾ, ਕਿਉਂਕਿ ਭੋਲੇ ਦੇ ਅੰਦਰ ਛਲ ਕਪਟ ਨਹੀਂ ਹੁੰਦਾ, ਉਹਦੇ ਤੋਂ ਕੁਝ ਲੁਕਾ ਕੇ ਨਹੀਂ ਰੱਖਿਆ ਜਾ ਸਕਦਾ। ਛਲ ਕਪਟ ਵਾਲਾ ਜਿਹੜਾ ਲੁਕਾ ਲੈਂਦਾ ਹੈ, ਭੋਲਾ ਮਨੁੱਖ ਹੈ ਜਿਹੜਾ, ਉਹਦੇ ਤੋਂ ਗੱਲ ਨਹੀਂ ਲੁਕੋਈ ਜਾਏਗੀ। ਹੁਣ ਇਹਨਾਂ ਨੇ ਦੱਸ ਦਿੱਤਾ ਵੀ ਅਸੀਂ ਗਏ ਸੀ ਤੇ ਭਾਈ ਇਸ ਤਰ੍ਹਾਂ ਪੰਛੀਆਂ ਨੇ ਨਾ ਸਾਨੂੰ ਧਨ ਦੱਸਿਆ ਤੇ ਅਸੀਂ ਲੈ ਆਏ ਹਾਂ, ਤੇ ਹੁਣ ਸਾਡਾ ਗੁਜ਼ਾਰਾ ਹੋ ਰਿਹਾ ਹੈ, ਤਾਂ ਕਰਕੇ ਅਸੀਂ ਖੁਸ਼ ਹਾਂ। ਇਹ ਜਿਹੜਾ ਉਹ ਨਾਲ ਦਾ ਪਰਿਵਾਰ ਸੀ, ਇਹਨਾਂ ਵੀ ਉਵੇਂ ਜਿਵੇਂ ਕੀਤਾ, ਪੁਚਕੀਆਂ ਬੰਨ ਲਈਆਂ ਨੇ, ਜਾ ਕੇ ਉਸ ਰੁੱਖ ਦੇ ਥੱਲੇ ਬਹਿ ਗਏ ਨੇ। ਤੇ ਜਿਹੜਾ ਬਜ਼ੁਰਗ ਸੀ ਉਹਨੇ ਜਿਵੇਂ ਪੜ੍ਹਾਇਆ ਸੀ ਉਸ ਤਰ੍ਹਾਂ ਆਖਿਆ ਹੈ, ਕਰ ਭਾਗਵਾਨ ਨੇ ਬਰਤਨ ਮਾਂਜ ਲਓ। ਕਹਿੰਦੀ ਮਾਂਜ ਕੇ ਕੀ ਸਿਰ 'ਚ ਮਾਰਨੇ, ਚੁੱਪ ਕਰ ਗਿਆ ਵਿਚਾਰਾ। ਕੁੜੀ ਨੂੰ ਕਹਿੰਦਾ ਤੂੰ ਚੁੱਲ੍ਹਾ ਬਣਾ ਲਾ, ਚੌਂਕਾ ਇੱਥੇ ਤਿਆਰ ਕਰ ਲਾ। ਤੇ ਉਹ ਕਹਿੰਦੀ ਚੁੱਲ੍ਹਾ ਪੱਟ ਕੇ ਵਿੱਚ ਸੜਨਾ, ਤੂੰ ਹੈ ਤਾਂ ਹੈ ਨਹੀਂ ਆਪਣੇ ਕੋਲ ਕੋਈ। ਪੁੱਤਰ ਨੂੰ ਆਖਿਆ ਲੱਕੜਾਂ। ਇਵੇਂ ਇਹ ਵੀ ਅੱਗੋਂ ਪੁੱਠਾ ਸਿੱਧਾ ਬੋਲੇ, ਦੋਵੇਂ ਹੱਸ ਪਏ ਨੇ। ਕਹਿੰਦੇ ਤੁਹਾਡੇ ਤੋਂ ਅਸੀਂ ਨਹੀਂ ਡਰਦੇ, ਕਿਉਂਕਿ ਤੁਹਾਡਾ ਤਪਾਕ ਹੀ ਨਹੀਂ, ਤੁਸੀਂ ਇੱਕ ਦੂਜੇ ਦੇ ਆਖੇ ਨਹੀਂ ਲੱਗਣਾ, ਤੇ ਸਾਨੂੰ ਤੁਸੀਂ ਕੀ ਫੜ ਲਓਗੇ। ਜਿਨ੍ਹਾਂ ਨੇ ਲੈ ਕੇ ਜਾਣਾ ਸੀ ਉਹ ਲੈ ਗਏ ਨੇ। ਇਹਨੂੰ ਕਹਿੰਦੇ ਨੇ ਸੀਲ ਸੁਭਾਅ। ਇੱਕ ਦੂਜੇ ਦੀ ਗੱਲ ਨੂੰ ਸੁਣਨਾ, ਜੇ ਮੰਨਣ ਵਾਲੀ ਹੋਵੇ ਤੇ ਮੰਨ ਲੈਣਾ, ਜੇ ਨਾ ਮੰਨਣ ਵਾਲੀ ਹੋਵੇ ਤੇ ਫਿਰ ਅਗਲੇ ਨੂੰ ਸਮਝਾ ਦੇਣਾ ਵੀ ਗੱਲ ਤਾਂ ਤੂੰ ਕੀਤੀ ਏ, ਪਰ ਇਹਦੇ ਵਿੱਚ ਮੰਨਣ ਦੇ ਵਿੱਚ ਇਸ ਤਰ੍ਹਾਂ ਆਪਣਾ ਨੁਕਸਾਨ ਹੈ, ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਹ ਸੀਲ ਸੁਭਾਅ ਹੈ, ਇਹ ਸੀਲ ਸੁਭਾਅ ਦੀ ਨਿਸ਼ਾਨੀ ਹੈ। ਹੋਰ ਵੀ ਇਸ ਤਰ੍ਹਾਂ ਦੀਆਂ ਬੜੀਆਂ ਸਾਖੀਆਂ ਨੇ। ਸੋ ਸਮੇਂ ਦੇ ਅਨੁਸਾਰ ਜਿਤਨਾ ਕੁ ਸਮਾਂ ਹੈ ਉਤਨੀਆਂ ਕੁ ਆਪਾਂ ਨੇ ਵਿਚਾਰਾਂ ਕਰ ਲਈਆਂ ਨੇ। ਬਾਕੀ ਆਪਾਂ ਪਰਿਵਾਰ ਵਾਲੇ ਹਾਂ, ਸਾਰੇ ਪਰਿਵਾਰ ਦੇ ਵਿੱਚ ਰਹਿੰਦੇ ਹਾਂ, ਤੇ ਇਸ ਗੱਲ ਨੂੰ ਆਪਾਂ ਵੀ ਜਾਣਦੇ ਹਾਂ। ਇੱਕ ਕਹਾਵਤ ਵੀ ਬੜੀ ਸੋਹਣੀ ਬਣੀ ਹੋਈ ਏ, ਕਹਿੰਦੇ ਨੇ ਜਿੱਥੇ ਕਲਾ ਕਲੰਦਰ ਵਸੇ ਉੱਥੇ ਘੜਿਓਂ ਪਾਣੀ ਨਸੇ। ਜਿੱਥੇ ਘਰ ਦੇ ਵਿੱਚ ਕਲਾ ਪੈ ਜੇ ਨਾ, ਤੇ ਕਲੰਦਰ ਕਹਿੰਦੇ ਨੇ ਨਚਾਉਣ ਵਾਲੇ ਨੂੰ, ਜਿਵੇਂ ਬਾਂਦਰ ਨੂੰ ਨਚਾਉਂਦਾ ਨਾ ਉਹਨੂੰ ਕਲੰਦਰ ਆਖਿਆ ਜਾਂਦਾ ਹੈ। ਜਿਹੜਾ ਨਚਾਉਂਦਾ ਹੈ ਇਹ ਮਨ ਬਾਂਦਰ ਹੈ, ਤੇ ਅਸੀਂ ਇਹਨੂੰ ਜਿੰਨਾ ਹੀ ਨਚਾਉਂਦੇ ਆ ਨਾ ਲੜਾਈ ਕਲੇਸ਼ ਦੇ ਵਿੱਚ, ਉੱਥੇ ਫਿਰ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ। ਇੱਥੋਂ ਕਰਕੇ ਜਿਹੜਾ ਘਰ ਘੜੇ ਦੇ ਵਿੱਚ ਪਾਣੀ ਹੁੰਦਾ ਉਹ ਵੀ ਨਸ ਜਾਂਦਾ। ਭਾਵ ਜਿਹੜਾ ਕੁਝ ਘਰੇ ਥੋੜ੍ਹਾ ਬਹੁਤ ਹੁੰਦਾ ਨਾ ਉਹ ਵੀ ਫਿਰ ਥੋੜ੍ਹਨ ਲੱਗ ਜਾਂਦਾ, ਘਟਣ ਲੱਗ ਜਾਂਦਾ ਹੈ। ਤਾਂ ਕਰਕੇ ਸਾਨੂੰ ਪਰਿਵਾਰ ਦੇ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ, ਸਾਰਿਆਂ ਨੂੰ ਸੀਲ ਸੁਭਾਅ ਬਣਾ ਕੇ ਰੱਖਣਾ ਚਾਹੀਦਾ ਹੈ, ਤੇ ਇੱਕ ਦੂਜੇ ਦੀ ਗੱਲ ਨੂੰ ਸਹਾਰਨਾ ਚਾਹੀਦਾ ਹੈ। ਅਗਲੇ ਨੇ ਗੱਲ ਆਖੀ ਹੈ ਤੇ ਉਹਦੀ ਗੱਲ ਨੂੰ ਚੰਗੀ ਤਰ੍ਹਾਂ ਸੁਣ ਲਵੇ, ਸੁਣ ਕੇ ਫਿਰ ਜਿਵੇਂ ਆਪਾਂ ਸੁਣੀਏ ਨਾ ਉਸੇ ਤਰ੍ਹਾਂ ਉਹਨੂੰ ਸਮਝਾਉਣ ਦਾ ਯਤਨ ਕਰੇ, ਸਮਝਾਵੇ। ਜਦੋਂ 1 2 4 ਵਾਰ ਆਪਾਂ ਇਸ ਤਰ੍ਹਾਂ ਦਾ ਵਰਤਾਰਾ ਕਰਾਂਗੇ ਤੇ ਫਿਰ ਪਰਿਵਾਰ ਸਾਰਾ ਹੀ ਸਿਆਣਾ ਹੋ ਜਾਂਦਾ ਹੁੰਦਾ ਹੈ। ਸੋ ਧੰਨ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਭੀ ਸੋ ਸਤਿਆ ਜਾਣੀਆਂ ਸੀਲ ਸੰਤੋਖ ਰਹਿਣ। ਜਿਹੜਾ ਸੀਲ ਸੁਭਾਅ ਤੇ ਸੰਤੋਖ ਦੇ ਵਿੱਚ ਰਹਿੰਦਾ। ਹੁਣ ਸੰਤੋਖ ਤੇ ਵੀ ਇੱਕ ਸਾਖੀ ਹੈ ਨਿੱਕੀ ਜੀ ਆਪਣੀ। ਇੱਕ ਗੁਰਮੁਖ ਪਿਆਰਾ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦਾ ਹੈ। ਮਾਤਾ ਪਿਤਾ ਦੇ ਨਾਲ ਰਹਿ ਕੇ ਤੇ ਘਰ ਦਾ ਗੁਜ਼ਾਰਾ ਜਿਹੜਾ ਬੜਾ ਸੋਹਣਾ ਚੱਲਦਾ, ਚੰਗੀ ਕਮਾਈ ਕਰਦਾ, ਘਰ ਵਿੱਚ ਬਰਕਤਾਂ ਨੇ, ਸਾਰਾ ਪਰਿਵਾਰ ਰਲ ਕੇ ਰਹਿੰਦਾ। ਪੁੱਤਰ ਜਵਾਨ ਹੋ ਗਿਆ, ਮਾਤਾ ਪਿਤਾ ਨੇ ਘਰ ਲੱਭ ਕੇ ਤੇ ਇਹਦਾ ਵਿਆਹ ਕਰ ਦਿੱਤਾ ਹੈ। ਜਦੋਂ ਵਿਆਹ ਕਰ ਦਿੱਤਾ, ਅੱਗੇ 50 ਕੁ ਮਣ ਦਾਣੇ ਰੱਖਦੇ ਸਨ, ਕਿ 20 ਮਣ ਦਾਣੇ ਵੱਧ ਰੱਖ ਲਏ ਨੇ, ਬਈ 70 ਮਣ ਨੇ, ਇੱਕ ਮੈਂਬਰ ਵੱਧ ਗਿਆ। ਤੇ ਚਲੋ ਵੈਸੇ ਵੀ ਘਰ ਦੇ ਵਿੱਚ ਚਲੋ ਬਰਕਤ ਜੀ ਰਵੇ ਤੇ ਚੰਗੀ ਗੱਲ ਏ। ਨਵਾਂ ਮੈਂਬਰ ਆਇਆ, ਆਖੇ ਗਏ ਤਾਂ ਮਿੰਨ ਤੋੜ ਕੇ ਰੱਖਦੇ ਨੇ। ਕਈ ਗੱਲਾਂ ਆਪਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਕਰ ਲਿਆ ਕਰਦੇ ਹਾਂ ਪਰਿਵਾਰ ਦੇ ਵਿੱਚ। ਕੀ ਹੋਇਆ, ਅਜੇ ਥੋੜ੍ਹਾ ਸਮਾਂ ਹੀ ਹੋਇਆ, ਸਿਆਲ ਤਾਂ ਆਇਆ ਹੀ ਨਹੀਂ, ਅਗਲੀ ਫਸਲ ਆਈ ਨਹੀਂ, ਤੇ ਡਰਾਮੇ ਜਿਹੜਾ ਉਹ ਖੜਕਣ ਵੀ ਲੱਗ ਗਏ। ਜਦੋਂ ਡਰਮ ਖੜਕਣ ਲੱਗ ਗਏ ਤੇ ਇਹ ਬੜਾ ਚਿੰਤਾਤੁਰ ਹੋ ਗਿਆ ਵੀ ਅੱਗੇ 50 ਮਣ ਦਾਣੇ ਰੱਖਦੇ ਸੀ, ਉਹਦੇ ਚੋਂ 20 ਵੀ ਪਾ ਲੈਂਦੇ ਸੀ, ਖਾ ਵੀ ਲੈਂਦੇ ਸੀ, ਬਚ ਵੀ ਜਾਂਦੇ ਸੀ, ਸਿਆਲ 'ਚ ਕਿਸੇ ਲੋੜਵੰਦ ਨੂੰ ਦੇ ਵੀ ਦਿੰਦੇ ਸੀ। ਕਿਉਂਕਿ ਪਹਿਲੋਂ ਆਪਾਂ ਕਣਕਾਂ ਨਾਲ ਹੱਥ ਨਾਲ ਵਢਾਇਆ ਕਰਦੇ ਸਾਂ, ਤੇ ਜਿਨ੍ਹਾਂ ਤੋਂ ਕਣਕਾਂ ਵਢਾਣੀਆਂ ਹੁੰਦੀਆਂ ਸੀ ਉਹਨਾਂ ਨੂੰ ਕਈ ਵਾਰੀ ਸਿਆਲ 'ਚ ਲੋੜ ਪੈ ਜਾਂਦੀ ਤੇ ਆਪਾਂ ਦਾਣੇ ਦੇ ਦਿੰਦੇ ਸਾਂ ਵੀ ਲੈ ਦਾਣੇ ਲੈ ਲਾ, ਤੇ ਕਣਕ ਸਾਡੀ ਤੈਨੂੰ ਵੱਢਣੀ ਪੈਣੀ ਆ। ਇਹ ਨਾ ਹੋਵੇ ਵੀ ਦਾਣੇ ਸਾਡੇ ਤੋਂ ਖਾ ਲੈਣ ਤੇ ਕਣਕ ਕਿਸੇ ਹੋਰ ਦੀ ਵੱਢਣ ਚਲਾ ਜਾਵੇ। ਕਹਿੰਦਾ ਐਤਕੀ ਤਾਂ ਮੇਰਾ ਆਪ ਦਾ ਹੀ ਜਲੂਸ ਨਿਕਲ ਗਿਆ ਤੇ ਕਿਸੇ ਨੂੰ ਮੈਂ ਕੀ ਦਿਆਂਗਾ। ਇਹਦੀ ਪਤਨੀ ਜਿਹੜੀ ਏ ਉਹ ਪ੍ਰਸ਼ਾਦਾ ਫੜਾ ਕੇ ਆਈਏ ਖੇਤ। ਮਨ ਉਪਰਾਮ ਏ, ਮਨ ਬੜਾ ਦੁਖੀ ਏ। ਇਹਨੇ
ਪ੍ਰਸ਼ਾਦਾ ਛਕ ਲਿਆ ਪਰ ਆਪਣੀ ਪਤਨੀ ਦੇ ਨਾਲ ਹੀ ਵਾਪਸ ਘਰੇ ਆ ਗਏ, ਕਿਉਂਕਿ ਕੰਮ ਕਰਨ ਨੂੰ ਜੀ ਨਹੀਂ ਕਰਦਾ, ਹੁਣ ਮਨ ਨਹੀਂ ਲੱਗ ਰਿਹਾ ਖੇਤ ਦੇ ਵਿੱਚ, ਘਾਟਾ ਵਜੂ ਵੇਖ ਰਿਹਾ ਚਾਰੇ ਪਾਸੇ। ਆਣ ਕੇ ਕੀ ਦੇਖਦਾ ਹੈ, ਉਹ ਚੰਗਾ ਕੁਝ ਖਾਈ ਜਾਂਦੀ ਹੈ। ਇਹ ਬੜਾ ਹੈਰਾਨ ਹੋਇਆ, ਭਈ ਮਾਤਾ ਪਿਤਾ ਨੇ ਵੀ ਪ੍ਰਸ਼ਾਦਾ ਛਕ ਲਿਆ, ਮੈਨੂੰ ਵੀ ਪ੍ਰਸ਼ਾਦਾ ਫੜਾਈ ਹੈ ਤੇ ਇਹ ਹੁਣ ਕੀ ਖਾਈ ਜਾਂਦੀ ਹੈ। ਪੁੱਛਦਾ ਇਹ ਕੀ ਛਕ ਰਹੀ ਹੈ। ਇਹ ਅੱਗੋਂ ਬੜੇ ਰੋਮਾਂਟਿਕ ਢੰਗ ਦੇ ਨਾਲ ਜਵਾਬ ਦਿੰਦੀ ਹੈ, ਝੋਲਾ ਹੱਟੀ ਪੱਟੀ ਦਾ ਹੁੰਦਾ ਕੱਲੀ ਜੱਟੀ ਦਾ, ਘਰ ਵਾਲੇ ਨੂੰ ਨਹੀਂ ਦੱਸੀਦਾ। ਕਹਿੰਦੀ ਤੇਰੇ ਦੱਸਣ ਵਾਲੀ ਗੱਲ ਥੋੜ੍ਹੀ ਹੈ। ਹੁਣ ਗੁਰਮੁਖ ਪਿਆਰਾ ਸਿਆਣਾ ਸੀ, ਇਹਨੇ ਆਖਿਆ ਵੀ ਇਹਦੇ ਵਿੱਚ ਸੰਤੋਖ ਨਹੀਂ ਹੈਗਾ, ਇਹ ਭੁੱਖੇ ਘਰ ਦੀ ਆ ਗਈ ਹੈ ਤੇ ਭੁੱਖ ਵਿਖਾ ਰਹੀ ਹੈ। ਸਬਰ ਸੰਤੋਖ ਹੈ ਜਿਹੜਾ ਉਹ ਇਹਨੇ ਚੱਕ ਦਿੱਤਾ ਹੈ। ਤੇ ਇਹ ਸੀਲ ਸੁਭਾਅ ਵਾਲਾ ਸੀ, ਉਸ ਸਮੇਂ ਨੂੰ ਜਿਹੜੀ ਸਿਚੁਏਸ਼ਨ ਸੀ ਉਹਨੂੰ ਸਹਾਰ ਗਿਆ। ਇਹਨੇ ਕੀ ਕੀਤਾ, ਹੁਣ ਅਗਲੇ ਦਿਨ ਇਹਨੇ ਪੰਡ ਬੰਨ੍ਹ ਲਈ ਕਣਕ ਦੀ ਤੇ ਵੇਚ ਵੱਟ ਕੇ ਵੀ ਇਸ ਤਰ੍ਹਾਂ ਦਾ ਕੁਝ ਡਰਾਈ ਫਰੂਟ ਹੈ ਜਿਹੜਾ ਲੈ ਕੇ ਖੇਤ ਬਹਿ ਗਏ। ਹੁਣ ਜਦੋਂ ਪ੍ਰਸ਼ਾਦਾ ਲੈ ਕੇ ਆਈ, ਇਹਨੇ ਬਲਦ ਬੰਨ੍ਹ ਦਿੱਤੇ ਨੇ ਤੇ ਉਹ ਡਰਾਈ ਫਰੂਟ ਹੈ ਜਿਹੜੇ ਮੇਵੇ ਕਾਜੂ ਬਦਾਮ ਆਦਿਕ ਉਹ ਸਾਰੇ ਖਾਣ ਲੱਗ ਗਏ। ਜਦੋਂ ਖਾਣ ਲੱਗ ਗਏ ਤੇ ਵੇਖ ਕੇ ਕਹਿੰਦੀ ਹੈ ਪ੍ਰਸ਼ਾਦਾ ਤਾਂ ਮੈਂ ਹੁਣ ਲੈ ਕੇ ਆਈ ਹਾਂ ਤੇ ਖਾਈ ਕੀ ਜਾਂਦਾ ਹੈ। ਇਹ ਅੱਗੋਂ ਉਸੇ ਤਰ੍ਹਾਂ ਹੀ ਜਵਾਬ ਦਿੰਦਾ, ਕਹਿੰਦਾ ਝੋਲਾ ਹੱਲ ਪੰਜਾਲੀ ਦਾ ਹੁੰਦਾ ਕੱਲੇ ਹਾਲੀ ਦਾ, ਘਰ ਵਾਲੀ ਨੂੰ ਨਹੀਂ ਵਿਖਾਲੀ ਦਾ ਤੇ ਕਰਮਾਂ ਵਾਲੀ ਇਸੇ ਤਰ੍ਹਾਂ ਰਲ ਮਿਲ ਕੇ ਕੁੱਲਾ ਗਾਲੀ ਦਾ। ਤੂੰ ਘਰੇ ਗਾਲੀ ਜਾ, ਮੈਂ ਬਾਹਰ ਗਾਲੀ ਜਾਣਾ, ਫਿਰ ਆਪਣੀ ਵੱਸੋ ਤਾਂ ਹੋ ਗਈ। ਇਹਨੂੰ ਸੰਤੋਖ ਆਖਦੇ ਨੇ। ਪਰਿਵਾਰ ਦੇ ਵਿੱਚ ਸੰਤੋਖ ਦੇ ਨਾਲ ਰਵੇ। ਹੁਣ ਜੇ ਸੰਤੋਖ ਦੇ ਨਾਲ ਰਹਿੰਦੀ ਤੇ ਫਿਰ ਡਰਮ ਕਿਉਂ ਖਾਲੀ ਖੜਕਦਾ। ਸੰਤੋਖ ਚੱਕ ਦਿੱਤਾ ਹੈ। ਸੋ ਧੰਨ ਗੁਰੂ ਜੀ ਨੇ ਇੱਥੇ ਸਾਨੂੰ ਇਹੀ ਦੱਸਿਆ ਵੀ ਪਤਨੀਆਂ ਨੇ ਜਿਹੜੀਆਂ ਇਹੀ ਸੀਲ ਸੁਭਾਅ ਇਹਨਾਂ ਦਾ, ਇਹੀ ਸੰਤੋਖ ਵਾਲਾ ਸੁਭਾਅ ਹੈ ਜਿਹੜਾ ਇਹ ਇਹਨਾਂ ਨੂੰ ਸਤਵਾਦੀ ਬਣਾ ਦਿੰਦਾ ਹੈ ਜੀ। ਸੇਵਨ ਸਾਈ ਆਪਣਾ ਨਿਤ ਉਠ ਸਮਾਲਨ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਜਿਹੜੀ ਹੈ ਨਾ, ਸਵਾਰਥ ਦੇ ਉੱਤੇ ਪਰਮਾਰਥ ਦੀ ਉਪਕਾਰੀ ਕਰਦੀ ਹੈ। ਸਵਾਰਥ ਦੇ ਉੱਤੇ ਪੋਂਦ ਕੀਤੀ ਜਾਂਦੀ ਹੈ ਪਰਮਾਰਥ ਦੀ। ਹੁਣ ਗੁਰੂ ਜੀ ਨੇ ਜਿਹੜਾ ਸਾਡਾ ਸਵਾਰਥੀ ਜੀਵਨ ਹੈ, ਸੰਸਾਰਿਕ ਜੀਵਨ ਹੈ, ਉਹਦੇ ਉੱਤੇ ਅਧਿਆਤਮਿਕ ਜੀਵਨ ਦਾ ਬੂਟਾ ਇਸ ਤਰ੍ਹਾਂ ਲਾਇਆ ਹੈ ਵੀ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹਨਾਂ ਦੇ ਅੰਦਰ ਵੀ ਸੀਲ ਤੇ ਸੰਤੋਖ ਹੋਣਾ ਚਾਹੀਦਾ ਹੈ। ਤੇ ਸੀਲ ਤੇ ਸੰਤੋਖ ਗੁਰਮੁਖ ਪਿਆਰਿਆਂ ਦੇ ਅੰਦਰ ਕਿਵੇਂ ਬਣੇਗਾ। ਸੇਵਨ ਸਾਈ ਆਪਣਾ ਨਿਤ ਉੱਠ ਸਮਾਲਨ। ਅੰਮ੍ਰਿਤ ਵੇਲੇ ਉੱਠਣਾ ਹੈ, ਉੱਠ ਕੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਸੰਭਾਲਣਾ ਹੈ, ਉਹਨੂੰ ਯਾਦ ਕਰਨਾ ਹੈ, ਆਪਣੇ ਸਾਈਂ ਮਾਲਕ ਨੂੰ ਚੇਤੇ ਕਰਨਾ, ਸਿਮਰਨ ਕਰਨਾ। ਜਿਵੇਂ ਇੱਕ ਔਰਤ ਅੰਮ੍ਰਿਤ ਵੇਲੇ ਉੱਠਦੀ ਏ, ਉੱਠ ਕੇ ਆਪਣੇ ਪਤੀ ਦੇ ਪੈਰਾਂ ਤੇ ਹੱਥ ਲਾਉਂਦੀ ਏ, ਉਹਦੇ ਦਰਸ਼ਨ ਕਰਦੀ ਏ, ਉਪਰੰਤ ਘਰ ਦੇ ਕਾਰੋਬਾਰ ਦੇ ਵਿੱਚ ਲੱਗ ਜਾਂਦੀ ਹੈ, ਸੇਵਾ ਦੇ ਵਿੱਚ ਲੱਗ ਜਾਂਦੀ। ਉਸੇ ਤਰ੍ਹਾਂ ਗੁਰਸਿੱਖ ਦਾ ਵੀ ਜੀਵਨ ਹੈ ਜਿਹੜਾ ਇਸੇ ਤਰ੍ਹਾਂ ਹੀ ਸੇਵਨ ਸਾਈਂ ਆਪਣਾ, ਆਪਣੇ ਮਾਲਕ ਵਾਹਿਗੁਰੂ ਨੂੰ ਯਾਦ ਕਰਨਾ ਤੇ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਸੰਭਾਲਣਾ ਹੈ ਜੀ। ਮਹੱਲਾ ਤੀਜਾ। ਕੰਤਾ ਨਾਲ ਮਹਿਲੀਆਂ ਛੇਤੀ ਅੱਗ ਜਲਾਹੇ। ਹੁਣ ਤੀਜੇ ਸ਼ਲੋਕ ਦੇ ਅੰਦਰ ਗੁਰੂ ਜੀ ਦੱਸਦੇ ਨੇ ਕੰਤਾ ਨਾਲ ਮਹੇਲੀਆ। ਮਹੇਲੀਆ ਕਹਿੰਦੇ ਨੇ ਔਰਤ ਨੂੰ, ਕੰਤ ਕਹਿੰਦੇ ਨੇ ਪਤੀ ਨੂੰ। ਛੇਤੀ ਅੱਗ ਜਲਾਹੇ। ਇਸ ਤਰ੍ਹਾਂ ਜਦੋਂ ਪਤੀ ਸਰੀਰ ਛੱਡ ਗਿਆ ਤੇ ਔਰਤਾਂ ਆਪਣੇ ਪਤੀ ਦੇ ਨਾਲ ਜਦੋਂ ਅੱਗ ਦੇ ਵਿੱਚ ਸਰੀਰ ਨੂੰ ਸਾੜਦੀਆਂ ਹਨ ਜੀ। ਜੇ ਜਾਣ ਫਿਰ ਆਪਣਾ ਤਾਂ ਤਨ ਦੁੱਖ ਸਹਾਏ। ਹੁਣ ਗੁਰੂ ਜੀ ਕਹਿੰਦੇ ਨੇ ਮਰੇ ਤੋਂ ਬਾਅਦ ਉਹਦੇ ਨਾਲ ਅੱਗ ਦੇ ਵਿੱਚ ਸੜ ਕੇ ਮਰ ਜਾਣ ਦੇ ਨਾਲ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ ਕਿ ਜਦੋਂ ਉਹ ਜਿੰਦਾ ਸੀ ਨਾ, ਉਦੋਂ ਕੀ ਕਹਿੰਦੀ ਸੀ, ਉਦੋਂ ਇਹ ਆਖਦੀ ਸੀ ਬਈ ਤੇਰਾ ਦੁੱਖ ਹੈ ਤੇ ਤੇਰਾ ਹੈ ਤੇ ਮੇਰਾ ਸੁੱਖ ਹੈ ਤੇ ਮੇਰਾ ਹੈ। ਜੇ ਜਾਣੇ ਫਿਰ ਆਪਣਾ, ਜੇ ਪਹਿਲੂ ਜਿਉਂਦੇ ਜੀ ਆਪਣੇ ਪਤੀ ਨੂੰ ਪਤੀ ਕਰਕੇ ਮੰਨਦੀ ਨਾ ਤਾਂ ਤਨ ਦੁੱਖ ਸਹਾਏ, ਤੇ ਫਿਰ ਉਹਦੇ ਦੁੱਖ ਦੇ ਵਿੱਚ ਆਪ ਵੀ ਦੁੱਖ ਸਹਾਰਦੀ, ਉਹਦੇ ਸੁੱਖ ਦੇ ਵਿੱਚ ਆਪ ਵੀ ਸੁੱਖ ਸਹਾਰਦੀ। ਥੋੜੀ ਗੱਲ ਨਹੀਂ ਬਣੀ। ਧੰਨ ਗੁਰੂ ਮਹਾਰਾਜ ਜੀ ਨੇ ਇੱਥੇ ਸ਼ਲੋਕ ਦੇ ਅੰਦਰ ਸਾਨੂੰ ਇਸ ਤਰ੍ਹਾਂ ਦੱਸਿਆ ਵੀ ਜਿਹੜੀਆਂ ਔਰਤਾਂ ਪਤੀ ਦੇ ਨਾਲ ਸੜ ਕੇ ਮਰ ਜਾਂਦੀਆਂ ਨੇ, ਉਹਨਾਂ ਦਾ ਇਸ ਤਰ੍ਹਾਂ ਸੜ ਕੇ ਮਰਨਾ ਵਿਅਰਥ ਹੈ, ਕਿਉਂਕਿ ਜਿਉਂਦੀਆਂ ਨੇ ਉਹਨਾਂ ਨੇ ਆਪਣੇ ਪਤੀ ਨੂੰ ਪਤੀ ਕਰਕੇ ਮੰਨਿਆ ਹੀ ਨਹੀਂ।
ਜੇ ਜਾਣੇ ਫਿਰ ਆਪਣਾ, ਜੇ ਉਹ ਜਿਉਂਦੇ ਜੀ ਆਪਣੇ ਪਤੀ ਨੂੰ ਆਪਣਾ ਪਤੀ ਕਰਕੇ ਮੰਨਦੀਆਂ ਤਾਂ ਤਨ ਦੁੱਖ ਸਹਾਏ। ਤੇ ਫਿਰ ਗਰੀਬੀ ਦਾ ਦੁੱਖ ਹੁੰਦਾ ਜਾਂ ਕੋਈ ਹੋਰ ਦੁੱਖ ਹੁੰਦਾ, ਉਸ ਦੁੱਖ ਨੂੰ ਆਪਣੇ ਸਰੀਰ ਦੇ ਉੱਤੇ ਸਹਾਰ ਲੈਂਦੀਆਂ। ਪਤੀ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਆਪਣੇ ਸਰੀਰ ਦੇ ਉੱਤੇ ਉਸ ਦੁੱਖ ਨੂੰ ਸਹਾਰਨ ਵਾਲੀ ਜਿਹੜੀ ਔਰਤ ਹੈ ਨਾ, ਉਹ ਭਾਈ ਆਪਣੇ ਪਤੀ ਨੂੰ ਪਤੀ ਕਰਕੇ ਜਾਣਦੀ ਏ ਤੇ ਉਸ ਨੂੰ ਫਿਰ ਸਤੀ ਹੋਣ ਦੀ ਵੀ ਲੋੜ ਨਹੀਂ। ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਉਸ ਨੂੰ ਪ੍ਰਭੂ ਪਰਮਾਤਮਾ ਦੇ ਵੱਲੋਂ ਬਰਕਤਾਂ ਰਹਿਮਤਾਂ ਤੇ ਪਤੀ ਵਰਤਾ ਵਾਲਾ ਜਿਹੜਾ ਜੀਵਨ ਹੈ ਨਾ, ਇਹ ਪ੍ਰਾਪਤ ਹੋ ਜਾਂਦਾ ਹੈ। ਇੱਕ ਬਾਬਾ ਫਰੀਦ ਜੀ ਦੇ ਜੀਵਨ ਸਮੇਂ ਜਨਮ ਸਾਖੀ ਦੇ ਵਿੱਚ ਪ੍ਰਸੰਗ ਆਉਂਦਾ ਹੈ, ਇਸ ਦਾ ਨਾਮ ਹੈ ਭਾਗ ਭਰੀ। ਸਭਰਾਈ ਵੀ ਕਈ ਵਿਦਵਾਨਾਂ ਨੇ ਇਸ ਦਾ ਨਾਮ ਲਿਖਿਆ ਹੈ। ਇਸ ਦੀ ਉਮਰ ਹੋਈ ਗਈ ਸੀ 22, 23, 24 ਸਾਲ ਦੀ। ਪਿਤਾ ਬੜਾ ਕਮਜ਼ੋਰ ਸੀ, ਗਰੀਬ ਸੀ, ਉਹਦੇ ਕੋਲ ਸਮਰੱਥਾ ਨਹੀਂ ਸੀ ਵੀ ਮੈਂ ਆਪਣੀ ਬੱਚੀ ਦਾ ਵਿਆਹ ਕਰ ਦਿਆਂ। ਅਚਨਚੇਤ ਕੋਈ ਜਾਣ ਪਛਾਣ ਵਾਲਾ ਹੈ ਤੇ ਉਸ ਦੀ ਪਤਨੀ ਜਿਹੜੀ ਹੈ ਉਹ ਸਰੀਰ ਛੱਡ ਗਈ ਹੈ। ਉਸ ਦਾ ਪੁੱਤਰ ਹੈ 12, 13, 14 ਸਾਲ ਦਾ। ਉਸਨੇ ਇਹਨੂੰ ਆਖਿਆ ਵੀ ਤੇਰੀ ਬੱਚੀ ਜਵਾਨ ਹੈ ਤੇ ਸਾਡੇ ਘਰੇ ਰੋਟੀ ਟੁੱਕ ਦਾ ਬੜਾ ਔਖਾ ਹੈ, ਚੱਲ ਜੇ ਤੂੰ ਕਰ ਸਕਦਾ ਤੇ ਮੇਰੇ ਬੱਚੇ ਨੂੰ ਆਪਦੀ ਬੱਚੀ ਦਾ ਰਿਸ਼ਤਾ ਕਰ ਦੇ। ਇਹਨੇ ਆਖਿਆ ਵੀ ਮੈਂ ਗਰੀਬ ਬੜਾ, ਤੇਰੇ ਕੋਲ 4 ਪੈਸੇ ਨੇ, ਮੈਂ ਬੜਾ ਗਰੀਬ ਹਾਂ ਤੇ ਮੇਰੇ ਕੋਲ ਕੁਝ ਦਿੱਤਾ ਲਿਆ ਤੇ ਜਾਣਾ ਨਹੀਂ। ਇਹ ਕਹਿੰਦਾ ਕੋਈ ਗੱਲ ਨਹੀਂ, ਮੇਰੇ ਜਿਹੜੇ ਘਰ ਦੇ ਕਾਰਜ ਨੇ ਨਾ ਉਹ ਤਾਂ ਹੋਣ ਲੱਗ ਜਾਣਗੇ ਤੇ ਸਾਰਾ ਕੁਝ ਹੀ ਵਿੱਚ ਆ ਜਾਏਗਾ। ਹੁਣ ਇਸ ਨੇ ਜਾ ਕੇ ਆਪਣੀ ਬੱਚੀ ਨੂੰ ਪੁੱਛਿਆ, ਪੁੱਤਰ ਤੇਰੀ ਉਮਰ 22, 23, 24 ਸਾਲ ਦੀ ਹੈ ਤੇ ਬੱਚਾ ਜਿਹੜਾ ਤੇਰੇ ਤੋਂ ਅੱਧੀ ਉਮਰ ਦਾ ਹੈ, ਪਰ ਮੇਰੀ ਮਜਬੂਰੀ ਹੈ, ਮੈਂ ਵਿਆਹ ਕਰਨਾ ਚਾਹੁੰਦਾ ਕਿਉਂਕਿ ਮੇਰੇ ਪੱਲੇ ਕੁਝ ਨਹੀਂ ਹੈਗਾ, ਮੇਰੇ ਕੋਲ ਖਰਚਾ ਨਹੀਂ ਹੈਗਾ। ਇਹਨੇ ਕਿਹਾ ਪਿਤਾ ਜੀ 7 ਬਚਨ ਤੁਸੀਂ ਕਰ ਦਿਓ। ਹੁਣ ਬੱਚੀ ਦਾ ਵਿਆਹ ਹੋ ਗਿਆ। ਵਿਆਹ ਦੇ ਸਮੇਂ ਇਹ ਬੱਚਾ ਸੀ ਸਾਰਾ ਦਿਨ ਭੱਜਿਆ ਨੱਠਿਆ ਫਿਰਿਆ, ਥਕਾਨ ਹੋ ਗਈ ਹੈ ਤੇ ਰਾਤਰੀ ਦੇ ਸਮੇਂ ਜਦੋਂ ਸੌਣ ਦਾ ਸਮਾਂ ਹੋ ਗਿਆ ਤੇ ਇਹ ਚੁੱਪ ਕਰਕੇ ਸੌਂ ਗਿਆ। ਇਹਨੂੰ ਕੋਈ ਸੋਝੀ ਨਹੀਂ ਵੀ ਮੇਰਾ ਵਿਆਹ ਹੈ ਜਾਂ ਕਿਵੇਂ ਹੈ। ਜਦੋਂ ਅੱਧੀ ਕੁ ਰਾਤ ਹੋਈ ਹੈ, ਅੱਧੀ ਕੁ ਰਾਤ ਦੇ ਸਮੇਂ ਇਹਨੇ ਬੜਾ ਕੇ ਪਾਣੀ ਮੰਗਿਆ। ਬੱਚੀ ਜਾਗਦੀ ਸੀ, ਇਹਨੇ ਉੱਠ ਕੇ ਪਾਣੀ ਹੈ ਜਿਹੜਾ ਉਹ ਲੈ ਆਂਦਾ ਬਾਹਰੋਂ ਜਾ ਕੇ। ਜਦੋਂ ਪਾਣੀ ਲਿਆਂਦਾ ਹੈ, ਪਾਣੀ ਲਿਆ ਕੇ ਸਰਾਣੇ ਖੜੀ ਹੋ ਗਈ ਹੈ ਬਈ ਹੁਣ ਸੌਂ ਗਿਆ ਦੁਬਾਰਾ, ਤੇ ਜੇ ਜਾਗੇਗਾ ਨਾ ਤੇ ਫਿਰ ਮੈਂ ਕਹਾਂਗੀ ਜੀ ਲੋ ਪਾਣੀ ਹਾਜ਼ਰ ਹੈ। ਇਹ ਬੱਚਾ ਸੀ, ਇਹ ਸੌਂ ਗਿਆ ਤੇ ਇਸ ਤਰ੍ਹਾਂ ਖੜੀ ਖੜੀ ਨੂੰ ਜਿਹੜੇ ਪਿਛਲੇ 2 ਪਹਿਰ ਸਨ ਉਹਨਾਂ ਚੋਂ ਇੱਕ ਪਹਿਰ ਗੁਜ਼ਰ ਗਿਆ, ਚੌਥਾ ਪਹਿਰ ਅੰਮ੍ਰਿਤ ਵੇਲਾ ਲੱਗ ਗਿਆ ਤੇ ਪ੍ਰਭੂ ਪਰਮਾਤਮਾ ਜਿਹੜੇ ਨੇ ਉਹ ਆਣ ਕੇ ਹਾਜ਼ਰ ਹੋਏ ਨੇ। ਉਹਨਾਂ ਨੇ ਇਹਨੂੰ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਇਹੀ ਉਹ ਭਾਗ ਭਰੀ ਸੀ ਜਦੋਂ ਬਾਬਾ ਫਰੀਦ ਜੀ ਨੂੰ ਨਾ ਥੋੜੀ ਸੋਝੀ ਹੋਈ ਤੇ ਜੰਗਲ ਦੇ ਵਿੱਚ ਬੰਦਗੀ ਕਰਦਿਆਂ ਨਾ ਚਿੜੀਆਂ ਰੌਲਾ ਪਾ ਰਹੀਆਂ ਨੇ ਤੇ ਇਹਨਾਂ ਦੇ ਮੁਖ ਚੋਂ ਨਿਕਲਿਆ ਮਰ ਜੋ ਚਿੜੀਓ ਤੇ ਸਾਰੀਆਂ ਚਿੜੀਆਂ ਮਰ ਗਈਆਂ ਨੇ। ਫਿਰ ਬਾਬਾ ਫਰੀਦ ਜੀ ਨੇ ਆਖਿਆ ਵੀ ਕੰਮ ਤਾਂ ਗਲਤ ਹੋ ਗਿਆ। ਫਿਰ ਕਹਿੰਦਾ ਜੀ ਜੋ ਕੋ ਚਿੜੀਓ, ਫਿਰ ਸਾਰੀਆਂ ਚਿੜੀਆਂ ਜਿੰਦਾ ਹੋ ਗਈਆਂ ਸਨ। ਬਾਬਾ ਫਰੀਦ ਜੀ ਚੱਲ ਪਏ ਵੀ ਲੈ ਆਪਾਂ ਨੂੰ ਤਾਂ ਰੱਬ ਮਿਲ ਗਿਆ, ਹੁਣ ਆਪਾਂ ਜੋ ਮੂੰਹ ਚੋਂ ਆਖਦੇ ਹੋਣ ਲੱਗ ਗਿਆ। ਤੇ ਰਸਤੇ ਦੇ ਵਿੱਚ ਇਹੀ ਭਾਗ ਭਰੀ ਆਪਣੇ ਖੂਹ ਦੇ ਵਿੱਚੋਂ ਪਾਣੀ ਦੀ ਬਾਲਟੀ ਭਰਦੀ ਹੈ ਤੇ ਬਾਹਰ ਡੋਲ ਦਿੰਦੀ ਹੈ। ਬਾਬਾ ਫਰੀਦ ਜੀ ਨੇ ਕਿਹਾ ਮੈਨੂੰ ਜਲ ਛਕਾਓ। ਇਹ ਕਹਿੰਦੀ ਬਾਬਾ ਜੀ ਖੜ ਜਾਓ 2 ਮਿੰਟ ਠਹਿਰ ਜਾਓ, ਤੁਹਾਨੂੰ ਜਲ ਛਕਾਵਾਂਗੀ। ਇਹਨੇ ਫਿਰ ਬਾਲਟੀ ਭਰੀ ਹੈ, ਫਿਰ ਡੋਲਤੀ ਹੈ, ਫਿਰ ਬਾਲਟੀ ਭਰੀ, ਫਿਰ ਡੋਲ ਦਿੱਤੀ ਹੈ। ਬਾਬਾ ਫਰੀਦ ਜੀ ਬੜੇ ਹੈਰਾਨ ਨੇ ਵੀ ਪਾਣੀ ਦੀ ਬਾਲਟੀ ਖੂਹ ਚੋਂ ਕੱਢਦੀ ਹੈ ਤੇ ਡੋਲ ਦਿੰਦੀ ਹੈ ਤੇ ਮੈਨੂੰ ਪਾਣੀ ਪਿਆਉਣ ਦਾ ਨਾਂ ਹੀ ਨਹੀਂ ਲੈ ਰਹੀ। ਫਿਰ ਬਾਬਾ ਜੀ ਥੋੜੇ ਜਿਹੇ ਬੋਲੇ ਨੇ, ਕਹਿੰਦੇ ਨੇ ਪੁੱਤਰੀ ਮੈਨੂੰ ਪਾਣੀ ਪਿਆ। ਤੇ ਇਹਨੇ ਵੇਖਿਆ ਵੀ ਬਾਬਾ ਜੀ ਹੁਣ ਕਾਹਲੇ ਪੈ ਗਏ ਨੇ। ਕਹਿੰਦੀ ਬਾਬਾ ਜੀ ਇਹ ਚਿੜੀਆਂ ਨਹੀਂ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਆਖੋਗੇ ਮਰ ਜਾਓ ਤੇ ਮਰ ਜਾਣਗੀਆਂ, ਤੇ ਜਿੰਦਾ ਆਖੋਗੇ ਤੇ ਜਿੰਦਾ ਹੋ ਜਾਣਗੀਆਂ। ਇੱਥੇ ਤਾਂ ਸਬਰ ਦੇ ਨਾਲ ਰੁਕਣਾ ਪਏਗਾ ਜੇ ਜਲ ਛਕਣਾ। ਤਾਂ ਹੁਣ ਬਾਬਾ ਫਰੀਦ ਜੀ ਦੇ ਪੈਰਾਂ ਦੇ ਥੱਲੋਂ ਮਿੱਟੀ ਨਿਕਲ ਗਈ ਵੀ ਇਹ ਗੱਲ ਜੰਗਲ ਦੀ ਏ ਤੇ ਇਹਨੂੰ ਕਿਵੇਂ ਪਤਾ ਲੱਗਾ। ਇਹਨੇ ਭੱਜ ਕੇ ਜਾ ਕੇ ਪੈਰ ਫੜ ਲੈਨੇ। ਕਹਿੰਦਾ ਪੁੱਤਰ ਮੈਨੂੰ ਦੱਸ ਤੈਨੂੰ ਇਹ ਅਵਸਥਾ ਕਿੱਥੋਂ ਪ੍ਰਾਪਤ ਹੋਈ ਹੈ। ਤੇ ਇਹ ਕਹਿੰਦੀ ਮੈਂ ਆਪਣੇ ਪਤੀ ਦੀ ਸੇਵਾ ਤੋਂ ਇਹ ਅਵਸਥਾ ਪ੍ਰਾਪਤ ਕੀਤੀ ਹੈ। ਰੋ ਵਿਚਾਰ ਸਾਖੀ ਅੱਗੇ ਹੋਰ ਲੰਮੀ ਹੈ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਸਾਨੂੰ ਇਹ ਹੀ ਦੱਸਦੇ ਨੇ ਵੀ ਜਿਨ੍ਹਾਂ ਨੇ ਜਿਉਂਦੇ ਜੀ ਪਤੀ ਨੂੰ ਪਤੀ ਮੰਨਿਆ ਨਾ,
ਉਹਨਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਤੇ ਇਸ ਤਰ੍ਹਾਂ ਪਤੀ ਦੀ ਸੇਵਾ ਦੇ ਵਿੱਚ ਤਾ ਤਨ ਦੁੱਖ ਸਹਾਏ, ਸਰੀਰ ਦੇ ਉੱਤੇ ਦੁੱਖ ਜਿਹੜਾ ਸਾਰ ਲੈਣਾ ਹੈ, ਇਹੀ ਸਤੀ ਹੋਣਾ ਹੈ ਜੀ। ਨਾਨਕ ਕੰਤ ਨ ਜਾਣਨੀ ਸੇ ਕਿਉ ਅੱਗ ਜਲਾਹੇ। ਜਿਨ੍ਹਾਂ ਜਿਉਂਦੇ ਜੀ ਆਪਣੇ ਪਤੀ ਨੂੰ ਪਤੀ ਹੀ ਨਹੀਂ ਮੰਨਿਆ, ਕੰਤ ਕਰਕੇ ਜਾਣਿਆ ਹੀ ਨਹੀਂ, ਉਹ ਭਾਵੇਂ ਅੱਗ ਦੇ ਵਿੱਚ ਸੜ ਜਾਵੇ ਤੇ ਭਾਵੇਂ ਪਾਣੀ 'ਚ ਡੁੱਬ ਜਾਵੇ। ਜਿਹੜਾ ਸਾਡਾ ਜੀਵਨ ਹੈ ਇਹਨੂੰ ਸਵਾਰਿਆ ਜਾਂਦਾ ਜਿਉਂਦੇ ਜੀ, ਮਰੇ ਤੋਂ ਬਾਅਦ ਨਹੀਂ ਸਵਰੇਗਾ। ਮਰੇ ਤੋਂ ਬਾਅਦ ਤੇ ਅਗਲੀ ਜੂਨ ਹੈ ਉਹ ਮਿਲ ਜਾਣੀ ਹੈ। ਸੋ ਧੰਨ ਗੁਰੂ ਅਮਰਦਾਸ ਜੀ ਰਹਿਮਤ ਕਰਦੇ ਨੇ, ਨਾਨਕ ਕੰਤ ਨਾ ਜਾਣਨੀ, ਜਿਨ੍ਹਾਂ ਨੇ ਪਤੀ ਨੂੰ ਪਤੀ ਕਰਕੇ ਹੀ ਨਹੀਂ ਜਾਣਿਆ, ਕੰਤ ਕਰਕੇ ਜਾਣਿਆ ਹੀ ਨਹੀਂ, ਸੇ ਕਿਉ ਅੱਗ ਜਲਾਏ। ਤੇ ਉਹਨਾਂ ਨੂੰ ਅੱਜ ਸੜਨ ਦੀ ਵੀ ਲੋੜ ਨਹੀਂ, ਕਿਉਂਕਿ ਜਿਉਂਦੇ ਜੀ ਤੋਂ ਆਪਣੇ ਪਤੀ ਨੂੰ ਸਾੜਦੀਆਂ ਰਹੀਆਂ ਨੇ। ਤੇ ਅੱਜ ਜੇ ਆਪ ਅੱਗ ਦੇ ਵਿੱਚ ਸੜ ਕੇ ਉਹ ਆਖਣ ਵੀ ਸਾਨੂੰ ਸਵਰਗ ਦੀ ਪ੍ਰਾਪਤੀ ਹੋ ਜੇ, ਤੇ ਇਸ ਤਰ੍ਹਾਂ ਨਹੀਂ ਹੋਵੇਗੀ ਜੀ। ਭਾਵੈ ਜੀਵ ਕੈ ਮਰੋ ਦੂਰੋਂ ਹੀ ਭਜ ਜਾਹੇ। ਕਈਆਂ ਦਾ ਇਸ ਤਰ੍ਹਾਂ ਦਾ ਸੁਭਾਅ ਹੁੰਦਾ ਹੈ, ਉਹ ਪਤੀ ਨੂੰ ਇਹ ਕਹਿੰਦੀਆਂ ਨੇ ਭਾਵੇਂ ਤੂੰ ਜਿਉਂਦਾ ਰਹਿ ਤੇ ਭਾਵੇਂ ਮਰ, ਮੈਨੂੰ ਤੇਰੇ ਨਾਲ ਮਤਲਬ ਹੀ ਕੋਈ ਨਹੀਂ, ਦੂਰੋਂ ਵੇਖ ਕੇ ਹੀ ਭੱਜ ਜਾਂਦੀਆਂ ਨੇ। ਭਾਵੇਂ ਜੀਵੋ ਕੇ ਮਰੋ ਦੂਰੋਂ ਹੀ ਭੱਜ ਜਾਹੇ। ਇਹ ਇਸ ਤਰ੍ਹਾਂ ਦੀਆਂ ਵੀ ਦੁਨੀਆ ਤੇ ਔਰਤਾਂ ਨੇ, ਉਹ ਦੁੱਖ ਦੇ ਸਮੇਂ ਆਪਣੇ ਪਤੀ ਨੂੰ ਇਹ ਵੀ ਕਹਿ ਦਿੰਦੀਆਂ ਨੇ ਭਾਵੇਂ ਤੂੰ ਜਿਉਂਦਾ ਰਹਿ ਤੇ ਭਾਵੇਂ ਤੂੰ ਮਰ ਜਾ, ਮੈਂ ਤੇਰੇ ਤੋਂ ਕੀ ਲੈਣਾ ਦੇਣਾ ਹੈ। ਉਹਨੂੰ ਦੁਖੀ ਵੇਖ ਕੇ ਦੁੱਖ ਦੇ ਵਿੱਚ ਛੱਡ ਕੇ ਦੂਜੀ ਥਾਂ ਤੇ ਭੱਜ ਜਾਂਦੀਆਂ ਨੇ। ਦੂਜਾ ਇਸ ਦਾ ਅਰਥ ਜੋ ਅਧਿਆਤਮਿਕ ਗਿਆਨ ਦਿੰਦਾ, ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜੇ ਅਸੀਂ ਜਿਉਂਦੇ ਜੀ ਆਪਣੇ ਪ੍ਰਭੂ ਪਰਮਾਤਮਾ ਨੂੰ ਨਹੀਂ ਜਾਣਿਆ ਤੇ ਫਿਰ ਅੱਜ ਅੰਤਿਮ ਸਮਾਂ ਜਿਹੜਾ ਸਾਡਾ, ਉਦੋਂ ਜਿਹੜੀ ਅਸੀਂ ਕਿਰਿਆ ਕਰਮ ਕਰਦੇ ਹਾਂ ਉਹਦੇ ਨਾਲ ਵੀ ਫਿਰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ। ਜਿਵੇਂ ਅਸੀਂ ਸਰੀਰ ਛੱਡ ਜਾਂਦੇ ਹਾਂ, ਮਗਰੋਂ ਸਹਿਜ ਪਾਠ ਕੀਤੇ ਜਾਂਦੇ ਨੇ, ਅਖੰਡ ਪਾਠ ਕੀਤੇ ਜਾਂਦੇ ਨੇ, ਹੋਰ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ, ਪਰ ਕਿਸੇ ਗੁਰਮੁਖ ਪਿਆਰੇ ਦੀ ਅਰਦਾਸ ਦੇ ਨਾਲ ਭਲਾ ਹੋ ਜਾਵੇ ਤਾਂ ਕੋਈ ਵੱਡੀ ਗੱਲ ਵੀ ਨਹੀਂ। ਪਰ ਗੁਰੂ ਮਹਾਰਾਜ ਜੀ ਨੇ ਇੱਥੇ ਸਾਨੂੰ ਗਿਆਨ ਦਿੱਤਾ ਵੀ ਜਿਉਂਦੇ ਜੀ ਪ੍ਰਭੂ ਪਰਮਾਤਮਾ ਨੂੰ ਯਾਦ ਕਰਨਾ। ਜਦੋਂ ਜਿਉਂਦੇ ਸਾਂ ਭਾਵੇਂ ਜੀਵੋ ਕੇ ਮਰੋ, ਉਦੋਂ ਅਸੀਂ ਗੁਰੂ ਨੂੰ ਕਹਿ ਦਿੱਤਾ ਤੂੰ ਭਾਵੇਂ ਜਿਉਂ ਤੇ ਭਾਵੇਂ ਮਰ, ਅਸੀਂ ਤੇਰੇ ਤੋਂ ਕੀ ਲੈਣਾ ਹੈ। ਉਦੋਂ ਤਾਂ ਗੁਰੂ ਦੇ ਦਰਸ਼ਨ ਵੀ ਨਹੀਂ ਸੀ ਕਰਦੇ। ਜੇ ਕਿਤੇ ਵੇਖਦੇ ਨਾ ਵੀ ਗੁਰੂ ਜੀ ਆ ਰਹੇ ਨੇ, ਆ ਕਈ ਗਲੀਆਂ ਦੇ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਨੇ, ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਨੇ, ਜਦੋਂ ਗੁਰੂ ਮਹਾਰਾਜ ਜੀ ਦੀ ਪਾਲਕੀ ਜਾ ਰਹੀ ਹੁੰਦੀ ਹੈ ਨਾ, ਤੇ ਖੜੇ ਹੋ ਕੇ ਸਤਿਕਾਰ ਦੀ ਜਗ੍ਹਾ ਅੰਦਰ ਵੜ ਕੇ ਤੇ ਅੰਦਰੋਂ ਬੂਹਾ ਭੇੜ ਲੈਂਦੇ ਨੇ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਇਸ ਤਰ੍ਹਾਂ ਦਾ ਜਿਹੜਾ ਜੀਵਨ ਹੈ ਉਹ ਵਿਅਰਥ ਹੈ ਜੀ। ਪੌੜੀ ਤੁਧ ਦੁਖ ਸੁਖ ਨਾਲ ਉਪਾਇਆ, ਲੇਖ ਕਰਤੈ ਲਿਖਿਆ। ਪਾਵਨ ਪੌੜੀ ਦੇ ਅੰਦਰ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਦੁੱਖ ਤੇ ਸੁੱਖ ਤੂੰ ਬੰਦੇ ਦੇ ਨਾਲ ਹੀ ਪੈਦਾ ਕੀਤਾ ਹੈ ਤੇ ਮਨੁੱਖ ਦੇ ਲੇਖ ਦੇ ਵਿੱਚ ਲਿਖਿਆ ਹੋਇਆ ਹੈ ਜੀ। ਨਾਵੈ ਜੀਵੜ ਹੋਰ ਦਾਤ ਨਾਹੀ, ਤੇ ਸਰੂਪ ਨਾ ਰਖਿਆ। ਤੇਰੇ ਨਾਮ ਜਿੱਡੀ ਵੱਡੀ ਹੋਰ ਕੋਈ ਦੁਨੀਆ ਦੇ ਅੰਦਰ ਦਾਤ ਨਹੀਂ। ਤੇਰਾ ਨਾਮ ਹੈ ਜਿਹੜਾ ਉਹ ਰਹਿਮਤਾਂ ਬਰਕਤਾਂ ਵਾਲਾ ਹੈ ਤੇ ਸਰੂਪ ਨਾ ਰਖਿਆ। ਜੇ ਕੋਈ ਆਖੇ ਨਾ ਵੀ ਇਹਦਾ ਰੂਪ ਕੀ ਹੈ ਤੇ ਇਹਦਾ ਆਕਾਰ ਕੀ ਹੈ, ਉਹ ਨਹੀਂ ਹੈਗਾ ਹੈ ਜੀ। ਨਾਮ ਅਖੁੱਟ ਨਿਧਾਨ ਹੈ, ਗੁਰਮੁਖ ਮਨ ਵਸਿਆ। ਨਾਮ ਨਾਮ ਮੁਕਣ ਵਾਲਾ ਖਜ਼ਾਨਾ ਹੈ ਤੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਮਨ ਦੇ ਵਿੱਚ ਵਸਿਆ ਰਹਿੰਦਾ ਹੈ। ਕਰ ਕਿਰਪਾ ਨਾਮ ਦੇਵ ਸੀ, ਫਿਰ ਲੇਖਣ ਲਿਖਿਆ। ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣੇ ਨਾਮ ਦੇ ਲੜ ਲਾ ਲੈਂਦਾ ਹੈ, ਉਹਨਾਂ ਦਾ ਫਿਰ ਲੇਖਾ ਜੋਖਾ ਜਿਹੜਾ ਉਹ ਲਿਖਿਆ ਹੀ ਨਹੀਂ ਜਾਂਦਾ। ਧੰਨ ਗੁਰੂ ਮਹਾਰਾਜ ਜੀ ਨੇ ਪਾਵਨ ਪੌੜੀ ਦੀ ਪਹਿਲੀ ਤੁਕ ਦੇ ਵਿੱਚ ਸਾਨੂੰ ਦੱਸਿਆ ਸੀ, ਤੁਧ ਦੁੱਖ ਸੁੱਖ ਨਾਲ ਉਪਾਇਆ, ਲੇਖ ਕਰਤੇ ਲਿਖਿਆ ਹੈ। ਵਾਹਿਗੁਰੂ ਤੂੰ ਲੇਖ ਲਿਖ ਕੇ ਨਾ ਦੁੱਖ ਤੇ ਸੁੱਖ ਜਿਹੜਾ ਉਹ ਪੈਦਾ ਕਰ ਦਿੱਤਾ ਮਨੁੱਖ ਦੇ ਨਾਲ ਹੀ, ਤੇ ਉਹਨੂੰ ਭੋਗਦਾ ਹੈ। ਕਰ ਕਿਰਪਾ ਨਾਮ ਦੇਵ ਸੀ, ਜਿੰਦੇ ਤੇ ਕਿਰਪਾ ਕਰਕੇ ਤੂੰ ਨਾਮ ਦੀ ਦਾਤ ਦੇ ਦੇਣਾ, ਨਾਮ ਜਪਦਾ ਸਿਮਰਨ ਕਰਦਾ, ਫਿਰ ਲੇਖ ਨਾ ਲਿਖਿਆ। ਉਸ ਦਾ ਜਿਹੜਾ ਲੇਖਾ ਹੈ ਨਾ ਉਹ ਲਿਖਿਆ ਹੀ ਨਹੀਂ ਜਾਂਦਾ, ਭਾਵ ਲੇਖੇ ਤੋਂ ਬਚ ਜਾਂਦਾ ਹੈ ਜੀ। ਸੇਵਕ ਭਾਈ ਸੇ ਜਨ ਮਿਲੇ, ਜਿਨ ਹਰ ਜਪ ਜਪਿਆ। ਸੇਵਕ ਭਾਏ ਦਾ ਭਾਵ ਹੈ ਸੇਵਕ ਦੀ ਭਾਵਨਾ ਦੇ ਨਾਲ ਜਿਹੜਾ ਆਪ ਜੀ ਨੂੰ ਆਣ ਕੇ ਮਿਲਦਾ ਹੈ, ਉਸ ਤੇ ਤੂੰ ਰਹਿਮਤ ਕਰਦਾ। ਜਿਨ ਹਰ ਜਪ ਜਪਿਆ, ਜਿਨ੍ਹਾਂ ਨੇ ਸੇਵਕ ਬਣ ਕੇ ਨਾ ਆਪ ਜੀ ਦੇ ਨਾਮ ਨੂੰ ਜਪਣਾ ਕੀਤਾ। ਜਦੋਂ ਧੰਨ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ ਸਨ ਨਾ, ਇਹਨਾਂ ਦੀ ਭਾਵਨਾ ਕੇਵਲ ਸੇਵਾ ਕਰਨ ਵਾਲੀ ਸੀ, ਗੁਰੂ ਬਣਨ ਵਾਲੀ ਸੇਵਾ ਨਹੀਂ ਸੀ।
ਇਹ ਤਾਂ ਗੁਰੂ ਨੇ ਆਪ ਦਾਤ ਦਿੱਤੀ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਜਦੋਂ ਆਏ ਸਨ ਤੇ ਇਹਨਾਂ ਦੀ ਭਾਵਨਾ ਵੀ ਸੇਵਾ ਵਾਲੀ ਸੀ, ਗੁਰੂ ਬਣਨ ਵਾਲੀ ਨਹੀਂ ਸੀ। ਬਾਅਦ ਦੇ ਵਿੱਚ ਜਿਹੜੀਆਂ ਦਾਤਾਂ ਨੇ ਇਹ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀਆਂ ਨੇ। ਅਸੀਂ ਵੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਉਣਾ ਹੈ, ਸੇਵਕ ਬਣਨਾ, ਸੇਵਾ ਵਿੱਚ ਲੱਗਣਾ ਹੈ, ਤੇ ਸਾਡੀ ਭਾਵਨਾ ਸੇਵਕ ਬਣਨ ਵਾਲੀ ਹੋਣੀ ਚਾਹੀਦੀ ਏ। ਉੱਚੀ ਵੱਡੀ ਭਾਵਨਾ ਵਾਲੇ ਨਹੀਂ ਹੋਣਾ ਚਾਹੀਦਾ। ਬਸ ਇਹੀ ਖਿਆਲ ਹੋਵੇ ਵੀ ਸੱਚੇ ਸਤਿਗੁਰ ਤੇਰੇ ਦਰ ਦੇ ਸੇਵਕ ਆ ਤੇ ਸੇਵਕ ਹੀ ਬਣਾ ਕੇ ਰੱਖੀ। ਸੇਵਕ ਭਾਏ ਸੇ ਜਨ ਮਿਲੇ, ਜਿਨ੍ਹਾਂ ਦੀ ਭਾਵਨਾ ਅੰਦਰੋਂ ਸੇਵਕ ਵਾਲੀ ਏ, ਸੇਵਾ ਕਰਨ ਵਾਲੀ ਏ, ਉਹ ਆਪ ਜੀ ਦੇ ਚਰਨਾਂ ਦੇ ਵਿੱਚ ਮਿਲ ਜਾਂਦੇ ਨੇ। ਜਿਨ ਹਰ ਜਪ ਜਪਿਆ, ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦਾ ਨਾਮ ਜਪਣਾ ਕੀਤਾ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਧੰਨ ਗੁਰੂ ਮਹਾਰਾਜ ਜੀ ਗੁਰੂ ਅਮਰਦਾਸ ਜੀ ਦਾ ਕੋਟਨ ਕੋਟ ਧੰਨਵਾਦ, ਜਿਨ੍ਹਾਂ ਨੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਕੇ ਕਰਤਾਰਤ ਕੀਤਾ ਹੈ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਕਰ ਕਿਰਪਾ ਨਾਮ ਦੇਵ